कि आखिर क्यों ये मामला पंजाब च उभरना शुरू होया है। धर्म परिवर्तन की गल नूं लैके की इहदे लई परिस्थितियां जिम्मेवार है। मैनू बड़े दुख ना कहना पै रहा है कि गद्दियां नाल ही प्यार है, चिपक के रहना है। उन्हां नूं कोई भी हान लाभ उपर दी लंघ जाता है। परिस्थितियां हैं पर वो किधरे ना परिस्थितियों के सवाल भी चुक रहा है कि क्यों ये परिस्थितियां बनदियां नज़र आईयां। हर पासे नुकताचीनी दे नाल ये मसले हल नहीं होने। नहीं इहदे लई ना ਤਿੰਨ तरीके आ। एक तो सारू नुकताचीनी बिल्कुल जायज़ है, वो करनी है। एक हैगी है कि एक धारणा बनाई जा रही है कि बिल्कुल ही सब कुछ गलत हो रहा, कुछ ठीक हो ही नहीं रहा। ਜਿਹੜੇ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਸਾਡੀ ਰਹਿਤ ਮਰਜ਼ਾਦਾ ਹੈ ਉਸ ਮੁਤਾਬਕ ਖਾਲਸਾ ਪੰਥ ਨੂੰ ਇੱਕ ਸੇਧ ਦੇਣ ਵਾਸਤੇ ਅੱਗੇ ਆ ਸਕਦੇ ਆ। ਬਿਲਕੁਲ ਜਿਹੜਾ ਵਿਦਵਾਨ ਬੈਠਣ ਪੰਥਕ ਮੁੱਦਿਆਂ ਤੇ ਵਿਚਾਰ ਹੋਵੇ। ਤੇ ਜਿਹੜਾ ਧਰਮ ਪਰਿਵਰਤਨ ਦੀ ਇੱਕ ਜਿਹੜੀ ਗੱਲ ਚੱਲ ਰਹੀ ਹੈ ਇਸ ਵੇਲੇ ਉਸ ਦੇ ਵਿੱਚ ਇੱਕ ਤਾਂ ਦੇਖੋ ਆਰਐਸਐਸ ਨੇ ਆਪਣੇ ਪੱਧਰ ਦੇ ਉੱਤੇ ਆਪਣੇ ਸਾਰੇ ਯਤਨ ਕੀਤੇ ਹੋਏ ਆ। ਰਾਜਨੀਤਿਕ ਧਰਮ ਪਰਿਵਰਤਨ ਉਹ ਕਰਵਾ ਰਹੇ ਨੇ। ਜਿਹੜੀ ਈਸਾਈ ਮਤ ਦੇ ਪ੍ਰਚਾਰਕ ਨੇ ਉਹ ਤੁਸੀਂ ਦੇਖੋ ਕਿਸੇ ਵੀ ਪਾਸਟਰ ਨੂੰ ਅੱਜ ਦੇਖ ਲਓ ਉਹਦੇ ਨਾਮ ਨਾਲ ਸੰਧੂ ਗਿੱਲ ਵਿਰਕ ਬਰਾੜ ਉਹ ਸਾਰੇ ਉਹਨਾਂ ਨੇ ਉਹੀ ਲੱਗੇ ਹੋਏ ਨੇ, ਲੇਕਿਨ ਉਹ ਆਪਣੇ ਆਪ ਨੂੰ ਪਾਸਟਰ ਖਵਾ ਰਹੇ ਨੇ। क्यों पंजाब 'ਚ परिस्थितियां अजिहियां ਬਣਦੀਆਂ नज़र आ रही, क्यों सवाल उठने शुरू होए है। ਰਾਜ ਸਭਾ ਲੋਕ ਸਭਾ ਦੇ ਵਿੱਚ ਘੱਟੋ ਘੱਟ 40-50 ਬੰਦੇ ਭੇਜੇ ਹੋਣਗੇ, ਉਹ ਕਿੱਥੇ ਹਨਗੇ? ਉਹ ਕਿਉਂ ਨਹੀਂ ਕੰਮ ਆਉਂਦੇ ਨੇ ਸਾਡੇ ਇਹੋ ਜਿਹੇ ਸੰਕਟ ਦੇ ਵਿੱਚ? ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਹਨਾਂ ਦਾ ਕਬਜ਼ਾ ਰਿਹਾ, ਸ਼੍ਰੋਮਣੀ ਕਮੇਟੀ ਦੇ ਉੱਤੇ ਅੱਜ ਵੀ ਇਹਨਾਂ ਦਾ ਕਬਜ਼ਾ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜਥੇਦਾਰ ਨੇ ਵੀ ਸੁਜੈਸ਼ਨ ਦਿੱਤੀ ਹੈ। ਉਹ ਦੂਸਰੇ ਲੋਕ 15 ਮਿੰਟਾਂ ਦੀ ਗੱਲ ਹੈ ਜਿਹੜਾ ਕਿ ਇੱਕ ਦਿਨ ਦੇ ਵਿੱਚ ਜਿਹੜਾ ਕੀਰਤਨ ਰਿਲੇ ਸ਼ੁਰੂ ਹੋ ਸਕਦਾ, ਕਿਉਂ ਨਹੀਂ ਹੋ ਰਿਹਾ? ਜੇ ਤੁਸੀਂ ਇੱਕੋ ਹੀ ਲੈ ਲਓ ਸਿੱਖ ਇਤਿਹਾਸ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਹਿੰਦੀ ਦੇ ਵਿੱਚ ਛਾਪਿਆ, ਲੱਖਾਂ ਦੀ ਗਿਣਤੀ ਦੇ ਵਿੱਚ ਛਾਪ ਕੇ ਤੇ ਇਸ ਹਿੰਦੀ ਬੈਲਟ ਦੇ ਵਿੱਚ ਵੰਡਿਆ। ਉਸ ਦਾ ਸਿੱਧਾ ਮਕਸਦ ਇਹ ਹੈ ਕਿ ਕੋਈ ਵੀ ਇਸ ਨੂੰ ਪੜ੍ਹ ਕੇ ਸਿੱਖ ਬਣ ਨਾ ਸਕੇ। ਕਿ ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਸਿੱਖ ਰਹਿਤ ਹੈ ਇਹਨਾਂ ਨੇ ਲਾਗੂ ਕੀਤੀ ਹੈ। ਸਾਡੇ ਨਿਸ਼ਾਨ ਸਾਹਿਬਾਨ ਇਹਨਾਂ ਸਮਿਆਂ ਦੇ ਵਿੱਚ ਬਦਲ ਗਏ, ਹੁਣ ਉਹ ਭਗਵੇਂ ਰੰਗ ਦੇ ਹੋ ਗਏ। ਕਿਹਨੇ ਕੀਤੇ ਨੇ? ਔਰ ਇਹਨਾਂ ਨੂੰ ਮੁੜ ਕੇ ਆਪਣੇ ਖਾਲਸਾਈ ਰੰਗ ਦੇ ਉੱਤੇ ਲਿਆਉਣ ਲਈ ਕਿੰਨਾ ਕੁ ਕੁਛ ਚਾਹੀਦਾ ਹੈ। ਨਾਨਕ ਸ਼ਾਹੀ ਕੈਲੰਡਰ ਇਹਨਾਂ ਨੇ ਬਰਬਾਦ ਕੀਤਾ। ਇੱਦਾਂ ਦੂਜੀਆਂ ਧਿਰਾਂ ਨੂੰ, ਦੂਜੇ ਧਰਮਾਂ ਨੂੰ ਖੋਰਾ ਲਾਉਣ ਲਈ ਉਹ ਰਾਜਸੀ परिवर्तन करवा रही है। अकाली दल तो खुद ही कह रहे गल। गुरतेज जी का कहना है कि आरएसएस ਨੂੰ ਮੋਢਿਆਂ ਤੇ ਤਾਂ ਅਕਾਲੀ ਦਲ ਨੇ ਪਾਇਆ ਲਿਆ ਕੇ। ਅੱਜ ਤੁਸੀਂ ਦੇਖੋ ਜਿਹੜੇ ਨੁਕਤਾਚੀਨੀ ਕਰਨ ਵਾਲੇ ਦਲ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਸਮਾਜਿਕ ਨੇ ਤੇ ਚਾਹੇ ਉਹ ਰਾਜਸੀ ਦਲ ਨੇ ਜਿਹੜੇ ਸਿੱਖਾਂ ਦੇ ਆ, ਉਹ ਸਿੱਧੇ ਰੂਪ ਦੇ ਵਿੱਚ ਬੀਜੇਪੀ ਦੀ ਸਪੋਰਟ ਲੈ ਕੇ ਟਾਰਗੇਟ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ, ਜਿੱਥੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ। ਪਹਿਲਾਂ ਤਾਂ ਇਹ ਦੱਸਣ ਕਿ ਕਿਸ ਤਰ੍ਹਾਂ ਨਾਲੇ ਸਹੀ ਲਾਈਨ ਦੇ ਉੱਤੇ ਆ ਰਹੇ ਆ। ਸਿਰਫ ਗੱਲਾਂ ਕਰਕੇ ਕੋਈ ਅਮਲ ਕਿਉਂ ਨਹੀਂ ਨਜ਼ਰ ਆਉਂਦਾ ਸਾਨੂੰ? ਹੁਣ ਇੰਨਾ ਸਮਾਂ ਹੋ ਗਿਆ ਇਹਨਾਂ ਨੂੰ, ਇਹ ਕਹਿੰਦੇ ਅਸੀਂ ਛੱਡ ਕੇ ਆ ਗਏ ਉਹਨਾਂ ਨੂੰ। गुरतेज जी ने सवाल उठाया भी किस तरीके नाल जिहड़ा अकाली लीडरशिप ते भरोसा किया जाए, कोई ना कुछ सामने तो आना चाहिए। अन्ना आगू जेठिए सब साथ मुहावे। जिहड़ा आगू ही अन्ना है वो दसो किवें किसे नूं पार लंघाएगा? आप ही डुबेगा ते संगी भी डुबेगा। नज़रिए की डिबेट जगतार सिंह सिद्धू वालों दर्शकों को सत श्री अकाल। ਆਪਾਂ ਰਾਜਸੀ, ਸਮਾਜਿਕ ਤੇ ਆਰਥਿਕ ਬਹੁਤ ਸਾਰੇ ਮੁੱਦਿਆਂ ਤੇ ਬੈਚ ਮਹਿਮਾਨਾਂ ਨਾਲ ਚਰਚਾ ਕਰਦੇ ਰਹਿੰਦੇ ਹਾਂ, ਪਰ ਕਦੇ ਮੌਕਾ ਮਿਲਦਾ ਉਸ ਮੁੱਦੇ ਤੇ ਗੱਲ ਕਰਨ ਦਾ ਜਿਸ ਮੁੱਦੇ ਦੀ ਆਪਾਂ ਗੱਲ ਕਰਦੇ ਹਾਂ, ਸਾਡੇ ਵਿਰਸੇ ਦੀ, ਸਾਡੀ ਵਿਰਾਸਤ ਦੀ। ਮੌਜੂਦਾ परिस्थितियों ਦੇ ਅੰਦਰ ਪੰਜਾਬ 'ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ, ਹਸਤੀਆਂ ਵੱਲੋਂ ਇਹ ਸਵਾਲ ਉੱਠ ਰਹੇ ਹੈ ਕਿ ਕੀ ਵਜ੍ਹਾ ਹੈਗੀ ਹੈ ਕਿ ਪੰਜਾਬ 'ਚ ਧਰਮ ਪਰਿਵਰਤਨ ਦੀ क्यों गल चल रही है। किसी एक धर्म की गल नहीं है, समुचे तौर पर एक ट्रेंड जां एक जिहड़ा सुनेहा जिहड़ा नवें तौर पर उभरिया है। क्यों? सवाल ये भी उठ रहा है कि जिहड़े अकाली दल के प्रधान हैं सुखबीर सिंह बादल, एक पंथिक नुमाइंदा जथेबंदी के प्रधान नूं अजिहे मुद्दे ते समन क्यों?
ਇਸ ਮਾਮਲੇ ਨਾਲ ਜੁੜੇ ਵੀ ਬਹੁਤ ਸਾਰੇ ਸਵਾਲ ਹੈ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਮੈਂ ਤੁਹਾਡੇ ਤੇ ਆਪਣੇ ਮਹਿਮਾਨਾਂ ਦੇ ਵਿਚਕਾਰ ਜ਼ਿਆਦਾ ਸਮਾਂ ਨਹੀਂ ਰਹਾਂਗਾ। ਮੈਂ ਚਰਚਾ 'ਚ ਲੈ ਕੇ ਉਹਨਾਂ ਮਹਿਮਾਨਾਂ ਨੂੰ, ਉਹਨਾਂ ਹਸਤੀਆਂ ਨੂੰ ਜਿਹੜੇ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਸਾਡੇ ਨਾਲ ਆਏ ਹੈ। ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਸਾਬ ਗੁਰਤੇਜ ਸਿੰਘ IAS ਸਾਬਕਾ, ਇਸੇ ਤਰੀਕੇ ਨਾਲ ਡਾਕਟਰ ਮਦਨੀ ਸੋਤਾ ਸਾਬਕਾ ਪ੍ਰਿੰਸੀਪਲ, ਸਿੱਖ ਵਿਦਵਾਨ, ਜਾਣੇ ਪਹਿਚਾਣੇ ਚਿਹਰੇ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਡਾਕਟਰ ਸੋਤਾ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਮੌਜੂਦਾ ਪ੍ਰਸਥਿਤੀਆਂ 'ਚ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਉਹ ਹੈ ਜਿਹਨੇ ਘੱਲੂਘਾਰੇ ਵੀ ਆਪਣੇ ਪਿੰਡੇ ਤੇ ਹੰਡਾਏ, ਵੱਡੀਆਂ ਵੱਡੀਆਂ ਜ਼ਾਤੀਆਂ, ਚਾਹੇ ਮੁਗਲ ਸਲਤਨਤ ਹੋਵੇ, ਚਾਹੇ ਅੰਗਰੇਜ਼ ਹੋਣ, ਜਾਂ ਇਸ ਤੋਂ ਪਹਿਲਾਂ ਦੇ ਜੋ ਕੁਝ ਵੀ ਵਰਤਾਰੇ ਵਾਪਰੇ ਹੈ, ਆਪਾਂ ਲੰਬਾ ਚੌੜਾ ਇਤਿਹਾਸ ਹੈ ਉਸ ਨੂੰ ਥੋੜ੍ਹੇ ਸਮੇਂ 'ਚ ਸਮੇਟ ਨਹੀਂ ਸਕਦੇ। ਮੈਂ ਮੌਜੂਦਾ ਸਮੇਂ ਦੀ ਗੱਲ ਕਰਦਾ ਕਿ ਆਖਰ ਕਿਉਂ ਇਹ ਮਾਮਲਾ ਪੰਜਾਬ 'ਚ ਉੱਭਰਨਾ ਸ਼ੁਰੂ ਹੋਇਆ ਹੈ ਧਰਮ ਪਰਿਵਰਤਨ ਦੀ ਗੱਲ ਨੂੰ ਲੈ ਕੇ। ਕੀ ਇਹਦੇ ਲਈ ਪ੍ਰਸਥਿਤੀਆਂ ਜ਼ਿੰਮੇਵਾਰ ਹੈ ਜਾਂ ਕਿਹੜੇ ਕਾਰਨ ਹੋ ਸਕਦੇ ਹੈ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਜੀ ਡਾਕਟਰ ਸਾਹਿਬ। ਜੀ ਸਿੱਧੂ ਸਾਹਿਬ, ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਮਹਾਰਾਜ ਨੇ ਸਾਨੂੰ ਪੈਰ ਪੈਰ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਿੰਨਾ ਆਰਾਮਾਂ ਤੇ ਚੱਲਣਾ ਚਾਹੀਦਾ, ਸਾਡੀਆਂ ਕੀ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ ਨੇ। ਸਾਡਾ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਹੈ ਤਾਂ ਸਾਨੂੰ ਕਿੰਨਾ ਪਦ ਚਿੰਨ੍ਹਾਂ ਤੇ ਚੱਲ ਕੇ ਆਪਣਾ ਜੀਵਨ ਵਿਅਸਤ ਕਰਨਾ ਚਾਹੀਦਾ, ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਮਝ ਨਹੀਂ ਆਉਂਦੀ ਕਿ ਜਿਵੇਂ ਦੀਆਂ ਪ੍ਰਸਥਿਤੀਆਂ, ਜਿਵੇਂ ਦਾ ਚੱਲਣ ਸਮੇਂ ਦਾ ਸਿੱਧੂ ਸਾਹਿਬ ਚੱਲ ਰਿਹਾ ਹੈ, ਇਹਦੀ ਬੈਕਡ੍ਰੌਪ ਤੇ ਕੀ ਹੈ, ਅਜਿਹੀ ਪ੍ਰਸਥਿਤੀ ਆਈ ਕਿਉਂ? ਕਿਉਂਕਿ ਅੱਜ ਵੀ ਤੁਸੀਂ ਦੇਖੋ, ਗੁਰੂ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਦੇਖੋ, ਸੰਗਤ ਦਾ ਇਸ ਤਰ੍ਹਾਂ ਹੜ ਹੁੰਦਾ ਹੈ, ਤੁਹਾਨੂੰ ਲੱਗਦਾ ਜਿਵੇਂ ਸਾਰਾ ਜੱਗ ਹੀ ਇੱਥੇ ਪਹੁੰਚ ਗਿਆ। ਇੰਨਾ ਵਿਸ਼ਵਾਸ ਉੱਥੇ, ਕੋਈ ਵੀ ਧਰਮ, ਜਾਤੀ ਜਾਂ ਕੋਈ ਭੇਦ ਭਾਵ ਨਾ ਹੋ ਕੇ ਹਰ ਵਰਗ ਦਾ ਵਿਅਕਤੀ ਉੱਥੇ ਆਸਥਾ ਰੱਖਦਾ। ਗੁਰੂ ਮਹਾਰਾਜ ਨੇ ਨੀਂਹ ਐਸੀ ਰੱਖੀ ਹੈ, ਐਸੀ ਬੁਨਿਆਦ ਸਿੱਖ ਧਰਮ ਦੀ ਰੱਖੀ ਹੈ, ਜਿਹਦੇ ਵਿੱਚ ਕਿ ਹਰ ਪ੍ਰਾਣੀ ਨੂੰ, ਹਰ ਉਸ ਇਨਸਾਨ ਨੂੰ ਜਿਹਦੇ ਅੰਦਰ ਹਿਰਦੇ ਵਿੱਚ ਰੱਬ ਵਸਦਾ, ਮੈਂ ਕਹਿੰਦੀ ਹਾਂ, ਉਹਨੂੰ ਵਿਸ਼ਵਾਸ ਹੈ। ਆਖਰ ਉਹ ਜਿਵੇਂ ਕਹਿੰਦੇ ਨੇ ਕਿ ਜਿਵੇਂ ਮੈਂ ਪਹਿਲਾਂ ਕਿਹਾ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਾਨੂੰ ਆਪਣਾ ਅੰਦਰ ਟਟੋਲਣ ਦੀ ਲੋੜ ਹੈ, ਇੰਟਰੋਸਪੈਕਸ਼ਨ ਦੀ ਲੋੜ ਹੈ। ਜਿਹੜੇ ਸਾਡੇ ਆਗੂ ਨੇ, ਜਿਨ੍ਹਾਂ ਨੂੰ ਸਿਰਫ ਤੇ ਸਿਰਫ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਗੱਦੀਆਂ ਨਾਲ ਹੀ ਪਿਆਰ ਹੈ, ਚਿਪਕ ਕੇ ਰਹਿਣਾ ਹੈ, ਉਹਨਾਂ ਨੂੰ ਕੋਈ ਵੀ ਹਾਨ ਲਾਭ ਉੱਪਰ ਦੀ ਲੰਘ ਜਾਂਦਾ ਹੈ। ਜਿਵੇਂ ਕਹਿੰਦੇ ਨੇ ਨਾ ਕਿ ਬਿੱਲੀ ਜਿਹੜੀ ਹੈ, ਕਬੂਤਰ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ, ਕਹਿੰਦਾ ਵੀ ਬਿੱਲੀ ਨੂੰ ਕਿਹੜਾ ਪਤਾ ਲੱਗਣਾ ਮੈਂ ਅੱਖਾਂ ਮੀਚ ਲਈਆਂ, ਪਰ ਬਿੱਲੀ ਨੇ ਨਹੀਂ ਬਖਸ਼ਣਾ। ਸੋ ਸਮਾਂ ਨਹੀਂ ਬਖਸ਼ੇਗਾ। ਸੋ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਰਾਹੀਂ ਕਿ ਸੁਧਰ ਜਾਣਾ ਚਾਹੀਦਾ ਹੈ। ਸਾਨੂੰ ਆਪਣੇ ਅਕੀਦੇ ਨੂੰ ਪਛਾਣ ਕੇ, ਆਪਣਾ ਅੰਦਰ ਝਾਤੀ ਮਾਰ ਕੇ ਜ਼ਰੂਰ ਮੁੜਨਾ ਚਾਹੀਦਾ। ਨਹੀਂ ਤਾਂ ਸਿੱਧੂ ਸਾਹਿਬ ਅਜਿਹਾ ਨਾ ਹੋਵੇ ਕਿ ਹੱਥੋਂ ਸਾਡੇ ਪ੍ਰਸਥਿਤੀਆਂ ਨਿਕਲ ਜਾਣ ਤੇ ਸਮਾਂ ਸਾਨੂੰ ਮਾਫ ਨਹੀਂ ਕਰੇਗਾ। ਸਮਾਂ ਦੀ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ ਨਹੀਂ ਕਰਨਗੀਆਂ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਮੁੜ ਪਾਓ, ਆਪਣੀਆਂ ਰਾਹਾਂ ਤੇ ਮੁੜ ਪਾਓ। ਇਹ ਸਿੱਖੀ ਦਾ ਜੋ ਬੂਟਾ ਲਾਇਆ ਹੈ ਗੁਰੂ ਮਹਾਰਾਜ ਨੇ ਸਰਬੰਸ ਵਾਰ ਕੇ, ਇਸ ਤੇ ਇਹਦੀ ਜਿਹੜੀ ਹੈਗੀ ਆ ਲਾਜ ਰੱਖੋ, ਜਾਂ ਇਹ ਕਹਿ ਲਓ ਕਿ ਸਾਨੂੰ ਆਪਣਾ ਜਿਹੜਾ ਹੈਗਾ ਉਹਨਾਂ ਰਾਹਾਂ ਤੇ ਚੱਲਣਾ ਚਾਹੀਦਾ ਜਿਹੜਾ ਸਾਨੂੰ ਆਦੇਸ਼ ਹੈ, ਸੰਦੇਸ਼ ਹੈ। ਲਾਲਚ ਬਸ ਹੋ ਕੇ ਕੁਝ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਇਸੇ ਦਾ ਨਤੀਜਾ ਅੱਜ ਭੁਗਤ ਰਹੇ ਆ। ਜੀ ਮਿਹਰਬਾਨੀ ਪੀਰ ਮੁਹੰਮਦ ਜੀ। ਇਸ ਮੁੱਦੇ ਤੇ ਜੋ ਡਾਕਟਰ ਸਾਹਿਬ ਨੇ ਸਵਾਲ ਖੜੇ ਕੀਤੇ ਹੈ ਕਿ ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ, ਉਹਨਾਂ ਨੇ ਪ੍ਰਸਥਿਤੀਆਂ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਲਾਲਚ ਵਸ, ਸੱਤਾ ਦੇ ਲਾਲਸਾ ਵਸ ਜਿਹੜਾ ਹੈਗਾ, ਇਹੋ ਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ। ਅਜੇ ਵੀ ਮੌਕਾ ਹੈਗਾ, ਸਾਨੂੰ ਮੋੜਾ ਕੱਟਣਾ ਚਾਹੀਦਾ, ਨਹੀਂ ਤਾਂ ਸਮਾਂ ਇਜਾਜ਼ਤ ਨਹੀਂ ਦੇਊਗਾ। ਪ੍ਰਸਥਿਤੀਆਂ ਹਨ, ਪਰ ਉਹ ਕਿਧਰੇ ਨਾ ਪ੍ਰਸਥਿਤੀਆਂ ਦੇ ਸਵਾਲ ਵੀ ਚੁੱਕ ਰਿਹਾ ਹੈ
ਕਿ ਕਿਉਂ ਇਹ ਪ੍ਰਸਿੱਧੀਆਂ ਬਣਦੀਆਂ ਨਜ਼ਰ ਆਈਆਂ ਪੀਰ ਮੁਹੰਮਦ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਇਹ ਕਰਨੀ ਚਾਹਾਂਗਾ ਕਿ ਦੇਖੋ, ਨਿਰਾਸ਼ਾ ਹੈਗੀ ਏ ਜਿਵੇਂ ਬੀਬੀ ਸਹੋਤਾ ਜੀ ਨੇ ਕਿਹਾ, ਪਰ ਇਹ ਨਿਰਾਸ਼ਾ ਨੂੰ ਤੋੜਨ ਲਈ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ ਉਸ ਦੇ ਉੱਤੇ ਦੇਖੋ, ਜਿੱਥੇ ਜਿੱਥੇ ਢਲਿਆਈ ਆਈ ਹੈ ਉਸ ਨੂੰ ਦੂਰ ਕਰਨਾ ਪਵੇਗਾ। ਲੇਕਿਨ ਜਿਸ ਪੱਧਰ ਦੇ ਉੱਤੇ ਹੁਣ ਕੇਵਲ ਤੇ ਕੇਵਲ ਨੁਕਤਾਚੀਨੀ ਹੋ ਰਹੀ ਹੈ, ਹਰ ਪਾਸੇ ਨੁਕਤਾਚੀਨੀ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਣੇ। ਜੋ ਬੀਤ ਗਿਆ ਹੈ ਉਹਦੇ ਵਿੱਚ ਜੋ ਜੋ ਮਾੜਾ ਵਾਪਰਿਆ ਹੈ ਜਾਂ ਸਾਡੀ ਸਿੱਖ ਲੀਡਰਸ਼ਿਪ ਦੇ ਵਿੱਚ ਕਮਜ਼ੋਰੀਆਂ ਆਈਆਂ ਨੇ, ਉਹਨਾਂ ਕਮਜ਼ੋਰੀਆਂ ਨੂੰ ਮੌਜੂਦਾ ਸਮੇਂ ਦੇ ਵਿੱਚ ਕਿਵੇਂ ਦੂਰ ਕੀਤਾ ਜਾਵੇ। ਆ ਪਿਛਲੇ ਦਿਨੀ ਸਰਦਾਰ ਗੁਰਤੇਜ ਸਿੰਘ ਜੀ ਨੇ 2 4 5 7 ਇਹੋ ਜਿਹੇ ਪੁਆਇੰਟ ਦੱਸੇ ਆ ਕਿ ਇਹਨਾਂ ਪੁਆਇੰਟਾਂ ਦੇ ਉੱਤੇ ਜੇ ਕੰਮ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹੜਾ ਹੈ ਠੀਕ ਕੀਤਾ ਜਾ ਸਕਦਾ। ਸੋ ਉਹਦੇ ਉੱਤੇ ਵੀ ਲਗਾਤਾਰ ਜਿਹੜਾ ਇੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨਾਲ ਆ ਬੀਤੇ ਦਿਨੀ ਵੀ ਅਸੀਂ ਮਿਲ ਕੇ ਆਏ ਆ ਤੇ ਉਹਨਾਂ ਨੂੰ ਇਹੋ ਬੇਨਤੀ ਕੀਤੀ ਹੈ ਕਿ ਜੋ ਤੁਸੀਂ ਚਿੰਤਾ ਜ਼ਾਹਰ ਕਰ ਰਹੇ ਹੋ, ਜੋ ਤੁਹਾਡੇ ਭਾਸ਼ਣ ਆ ਰਹੇ ਨੇ, ਜਿਸ ਤਰੀਕੇ ਨਾਲ ਤੁਸੀਂ ਗੁਰਮਤਿ ਟ੍ਰੇਨਿੰਗ ਕੈਂਪ ਦੇ ਵਿੱਚ, ਫੈਡਰੇਸ਼ਨ ਦੇ ਕੈਂਪ ਦੇ ਵਿੱਚ, ਕਸ਼ਮੀਰ ਦੇ ਵਿੱਚ ਜਾ ਕੇ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਉੱਥੇ ਪਹਿਲਗਾਮ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਹੈ, ਜਾਂ ਤੁਸੀਂ ਰਾਹੇ ਬਗਾਏ ਜਦੋਂ ਵੀ, ਜਿਵੇਂ ਹੁਣ ਹਿੰਦ ਪਾਕ ਵੰਡ ਦੀ ਜਿਹੜੀ ਆਪਾਂ ਵਰ੍ਹੇਗੰਢ ਮਨਾਈ ਹੈ 75 ਸਾਲਾ, ਤੇ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਅਸੀਂ ਮਿਲੇ ਸੀ ਕਿ ਇੱਕ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਕਿ ਅਸੀਂ ਆਪਣੇ ਉਹਨਾਂ 10 ਲੱਖ ਪਰਿਵਾਰਾਂ ਨੂੰ ਯਾਦ ਕੀਤਾ। ਲੇਕਿਨ ਦੇਖੋ, ਬਿਲਕੁਲ ਸੌਰੀ ਤੁਹਾਨੂੰ ਵਿੱਚੋਂ ਟੋਕਣ ਲੱਗਿਆ, ਬਿਲਕੁਲ ਸਹੀ ਗੱਲ ਹੈ। ਆਪਾਂ ਇਸ ਮੁੱਦੇ ਤੇ ਪਹਿਲਾਂ ਵੀ ਚਰਚਾ ਕੀਤੀ ਹੈ। ਦੇਖੋ, ਸਹੀ ਉਪਰਾਲਾ ਹੈ ਜੋ ਤੁਸੀਂ ਕਹਿ ਰਹੇ ਹੋ, ਜਥੇਦਾਰ ਸਾਹਿਬ ਨੇ ਕਹੀ ਹੈ ਗੱਲ, ਪਰ ਸਵਾਲ ਇਹ ਹੈ, ਜਿੱਦਾਂ ਡਾਕਟਰ ਸਹੋਤਾ ਦਾ ਕਹਿਣਾ ਹੈ ਕਿ ਜੋ ਸਵਾਲ ਉੱਠ ਰਹੇ ਆ ਉਹਨਾਂ ਸਵਾਲਾਂ ਤੇ ਅਮਲ ਕਰਨ ਦਾ ਨਾ ਨੁਕਤਾਚੀਨੀ ਇਸ ਕਰਕੇ ਹੁੰਦੀ ਹੈ ਪੀਰ ਮੁਹੰਮਦ ਜੀ, ਕਿਉਂਕਿ ਜਿਹੜੇ ਸਵਾਲ ਉੱਠਦੇ ਆ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਲੱਭਦੇ। ਜਦੋਂ ਜਵਾਬ ਨਹੀਂ ਲੱਭਦੇ ਤਾਂ ਫਿਰ ਨੁਕਤਾਚੀਨੀ ਵੱਲ ਤੁਰਿਆ ਜਾਂਦਾ ਹੈ। ਕਿਧਰੇ ਜਿਹੜੀ ਲੀਡਰਸ਼ਿਪ ਹੈ, ਮੌਜੂਦਾ ਲੀਡਰਸ਼ਿਪ ਜਿਹਦੇ ਤੇ ਸਵਾਲ ਉੱਠ ਰਹੇ ਆ, ਉਹਨਾਂ ਨੂੰ ਵੀ ਮੁੜਾ ਕੱਟਣ ਦੀ ਲੋੜ ਹੈ, ਜਿੱਦਾਂ ਡਾਕਟਰ ਸਹੋਤਾ ਨੇ ਕਿਹਾ, ਨਹੀਂ ਤਾਂ ਨੁਕਤਾਚੀਨੀ ਹੁੰਦੀ ਰਹੇਗੀ। ਨਹੀਂ, ਇਹਦੇ ਲਈ ਨਾ ਤਿੰਨ ਤਰੀਕੇ ਆ। ਇੱਕ ਤਾਂ ਨੁਕਤਾਚੀਨੀ ਬਿਲਕੁਲ ਜਾਇਜ਼ ਹੈ, ਉਹ ਕਰਨੀ ਹੈ। ਇੱਕ ਹੈਗੀ ਹੈ ਕਿ ਇੱਕ ਧਾਰਨਾ ਬਣਾਈ ਜਾ ਰਹੀ ਹੈ ਕਿ ਬਿਲਕੁਲ ਹੀ ਸਭ ਕੁਝ ਗਲਤ ਹੋ ਰਿਹਾ, ਕੁਝ ਠੀਕ ਹੋ ਹੀ ਨਹੀਂ ਰਿਹਾ। ਇਹ ਜਿਹੜੀ ਭਾਵਨਾ ਹੈ ਨਾ, ਇਹ ਸਾਨੂੰ ਜਿਹੜਾ ਨਾ ਨਿਰਾਸ਼ ਕਰੇਗੀ। ਨਿਰਾਸ਼ਾ ਦੇ ਵਿੱਚੋਂ ਬਾਹਰ ਕਿਵੇਂ ਅਸੀਂ ਨਿਕਲ ਸਕਦੇ ਹਾਂ? ਮੈਂ ਕਹਿੰਦਾ ਜੀ ਬਹੁਤ ਕੁਝ ਗਲਤ ਹੋਇਆ, ਲੇਕਿਨ ਹੁਣ ਇਹਨੂੰ ਸਹੀ ਕਿਵੇਂ ਕੀਤਾ ਜਾ ਸਕੇ? ਸਹੀ ਕਰਨ ਲਈ ਵਿਦਵਾਨ ਜਿੰਨੇ ਵੀ ਸਾਡੇ ਸੁਲਝੇ ਹੋਏ ਨੇ, ਜਿਹੜੇ ਪੰਥਕ ਮਰਜ਼ਾਦਾ ਨੂੰ ਮੰਨਦੇ ਨੇ, ਵਿਦਵਾਨ ਵੀ ਕਈ ਤਰ੍ਹਾਂ ਦੇ ਆ। ਜਿਹੜੇ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਸਾਡੀ ਰਹਿਤ ਮਰਜ਼ਾਦਾ ਹੈ ਉਸ ਮੁਤਾਬਕ ਖਾਲਸਾ ਪੰਥ ਨੂੰ ਇੱਕ ਸੇਧ ਦੇਣ ਵਾਸਤੇ ਅੱਗੇ ਆ ਸਕਦੇ ਆ, ਉਹਨਾਂ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ, ਵਿਚਾਰ ਕਰਨੀ ਪਏਗੀ, ਸੈਮੀਨਾਰ ਕਰਨਾ ਪਵੇਗਾ। ਇਹ ਮੁੱਦਾ ਦੇਖੋ ਪੀਰ ਮੁਹੰਮਦ ਜੀ, ਮੈਂ ਅੱਗੇ ਸਵਾਲ ਲੈਣਾ, ਗੱਲ ਲੰਬੀ ਹੋ ਜਾਏਗੀ। ਬਿਲਕੁਲ, ਜਿਹੜਾ ਵਿਦਵਾਨ ਬੈਠਣ, ਪੰਥਕ ਮੁੱਦਿਆਂ ਤੇ ਵਿਚਾਰ ਹੋਵੇ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤਾ ਕਿ ਆਪਾਂ ਕਿਸੇ ਇੱਕ ਧਰਮ ਨੂੰ ਟਾਰਗੇਟ ਕਰਕੇ ਨਹੀਂ ਗੱਲ ਕਰ ਰਹੇ। ਸਵਾਲ ਇਹ ਹੈ ਕਿ ਜਿਸ ਖਿੱਤੇ ਦੇ 'ਚ ਅਸੀਂ ਬੈਠੇ ਹਾਂ, ਜਿਹੜੀ ਸਾਡੀ ਵਿਰਾਸਤ ਹੈ, ਜਿਹਦੇ ਅਸੀਂ ਮਾਣ ਨਾਲ ਗੱਲ ਕਰਦੇ ਹਾਂ, ਉਸ ਵਿਰਾਸਤ ਨੂੰ ਕਿਉਂ ਇਸ ਤਰ੍ਹਾਂ ਦਾ ਖੋਰਾ ਲੱਗ ਰਿਹਾ? ਉਹਦਾ ਹੱਲ ਤਾਂ ਲੱਭਣਾ ਪਏਗਾ ਨਾ। ਕਿਉਂ ਆਖਰਕਾਰ ਜਿਹੜਾ ਹੈਗਾ, ਦੂਜੇ ਲੋਕ ਜਿੱਦਾਂ ਆਪਾਂ ਗੱਲ ਕਰਦੇ ਹਾਂ ਘੱਲੂਘਾਰਿਆਂ ਵੇਲੇ ਵੱਡੀਆਂ ਵੱਡੀਆਂ ਜ਼ਾਤੀਆਂ ਹੋਈਆਂ, ਉਦੋਂ ਤਾਂ ਸਾਡਾ ਗੁਆਚਿਆ ਨਹੀਂ, ਹੁਣ ਕਿਉਂ ਗੁਆਚ ਰਿਹਾ ਸਾਡਾ ਜਿਹੜਾ ਵਿਰਾਸਤ? ਨਹੀਂ, ਇਹ ਦੇਖੋ, ਇਸ ਦੇ ਵਿੱਚ ਇਹ ਆ ਕਿ ਜਿਹੜਾ ਧਰਮ ਪਰਿਵਰਤਨ ਦੀ ਇੱਕ ਜਿਹੜੀ ਗੱਲ ਚੱਲ ਰਹੀ ਹੈ ਇਸ ਵੇਲੇ, ਉਸ ਦੇ ਵਿੱਚ ਇੱਕ ਤਾਂ ਦੇਖੋ RSS ਨੇ ਆਪਣੇ ਪੱਧਰ ਦੇ ਉੱਤੇ ਆਪਣੇ ਸਾਰੇ ਯਤਨ ਕੀਤੇ ਹੋਏ ਆ। ਰਾਜਨੀਤਿਕ ਧਰਮ ਪਰਿਵਰਤਨ ਉਹ ਕਰਵਾ ਰਹੇ ਨੇ। ਰਾਜਨੀਤਿਕ ਧਰਮ ਪਰਿਵਰਤਨ ਇਹ ਆ ਕਿ ਜਿਹੜੇ ਚੋਟੀ ਦੇ ਆਪਣੇ ਪਿਛਲੇ ਸਮੇਂ ਦੇ ਵਿੱਚ ਸਟੈਬਲਿਸ਼ ਹੋਏ ਆ ਰਾਜਸੀ ਲੀਡਰ, ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂ RSS ਦੇ ਵਿੱਚ ਲਿਜਾ ਕੇ ਉਹ ਕਰ ਰਹੇ ਨੇ। ਦੂਸਰੇ ਪਾਸੇ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਘਰਾਣਿਆਂ ਦੇ, ਸਿੱਖ ਘਰਾਣਿਆਂ ਦੇ ਬੱਚਿਆਂ ਨੂੰ, ਜਿਹੜੀ ਈਸਾਈ ਮੱਤ ਦੇ ਪ੍ਰਚਾਰਕ ਨੇ, ਉਹ ਤੁਸੀਂ ਦੇਖੋ ਕਿਸੇ ਵੀ ਪਾਸਟਰ ਨੂੰ ਅੱਜ ਦੇਖ ਲਓ, ਉਹਦੇ ਨਾਮ ਨਾਲ ਸੰਧੂ, ਗਿੱਲ, ਵਿਰਕ, ਬਰਾੜ, ਉਹ ਸਾਰੇ ਉਹਨਾਂ ਨੇ ਉਹੀ ਲੱਗੇ ਹੋਏ ਨੇ, ਲੇਕਿਨ ਉਹ ਆਪਣੇ ਆਪ ਨੂੰ ਪਾਸਟਰ ਖਵਾ ਰਹੇ ਨੇ। ਸੋ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲਾਲਚ, ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆਪਾਧਾਪੀ ਜਿਹੜੀ ਹੈ ਉਹ ਫੈਲ ਚੁੱਕੀ ਹੈ। ਆਪਾਂ ਦੁਬਾਰਾ ਆਉਂਦੇ ਹਾਂ। ਬਿਲਕੁਲ, ਲਾਲਚ ਜਾਂ ਹੋਰ ਮੁੱਦੇ ਵੀ ਹੈਗੇ ਪੀਰ ਮੁਹੰਮਦ ਜੀ, ਬਿਲਕੁਲ ਮਿਹਰਬਾਨੀ।
ਇਸ ਮੁੱਦੇ ਤੇ ਆਪਾਂ ਹੋਰ ਇਸ਼ੂ ਦੇ ਉੱਤੇ ਵੀ ਤੁਹਾਡੇ ਵੱਲ ਆਵਾਂਗੇ। ਗੁਰਤੇਜ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਤੁਹਾਡਾ ਇੰਨਾ ਪ੍ਰਸ਼ਾਸਕੀ ਔਰ ਧਾਰਮਿਕ ਤੇ ਦੂਜੇ ਮਾਮਲਿਆਂ 'ਚ ਬੜਾ ਤਜਰਬਾ ਹੈਗਾ ਹੈ, ਕਿਉਂ ਪੰਜਾਬ 'ਚ ਇਹ ਪ੍ਰਸਥਿਤੀਆਂ ਅਜਿਹੀਆਂ ਬਣਦੀਆਂ ਨਜ਼ਰ ਆ ਰਹੀਆਂ, ਕਿਉਂ ਸਵਾਲ ਉੱਠਣੇ ਸ਼ੁਰੂ ਹੋਏ ਹੈ, ਖਾਸ ਤੌਰ 'ਤੇ ਜੇ ਆਪਣਾ ਪਿਛਲੇ ਕੁਝ ਸਮੇਂ ਤੋਂ ਦੇਖਦੇ ਹਾਂ? ਜਗਤਾਰ ਜੀ, ਇਹ ਜਿਹੜੀ ਤਾਣੀ ਉਲਝੀ ਹੈ ਨਾ, ਇਹ ਜਾਣ ਕੇ ਉਲਝਾਈ ਗਈ ਹੈ ਜੀ। ਔਰ ਬੜੇ ਕਾਮਲ ਸਾਡੇ ਲੀਡਰਾਂ ਵੱਲੋਂ, ਜਿਨ੍ਹਾਂ ਦੇ ਉੱਤੇ ਅਸੀਂ ਪੂਰਾ ਭਰੋਸਾ ਕੀਤਾ ਸੀ, ਉਹਨਾਂ ਨੇ ਉਲਝਾਈ ਹੈ। 1973 ਤੋਂ ਲੈ ਕੇ ਤਕਰੀਬਨ, ਜਾਂ ਕਮ ਸੇ ਕਮ 1978 ਤੋਂ ਲੈ ਕੇ ਅੱਜ ਤੱਕ ਸਾਡੇ ਲੀਡਰ ਉਹੀ ਚਲੇ ਆਉਂਦੇ ਨੇ, ਸਿਆਸੀ ਜਮਾਤ ਦੇ, ਜਿਹੜੇ ਕਿ ਉਸ ਵੇਲੇ ਸਨ। ਇੱਕੋ ਹੀ ਕਿਸਮ ਦੇ ਲੀਡਰ ਸਾਡੇ ਕੋਲੇ ਆਣਗੇ। ਹੁਣ ਇਹ ਕਹਿਣ ਕਿ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ, ਇਹ ਦੂਸਰੇ ਲੋਕ ਜਿਹੜੇ ਬੁੱਧੀਜੀਵੀ ਹਨਗੇ ਜਾਂ ਜਿਹੜੇ ਵਿਦਵਾਨ ਹਨਗੇ ਉਹ ਬੈਠ ਕੇ ਕਰਨ। ਹੁਣ ਇਹਨਾਂ ਨੇ ਇਸ ਪੀਰੀਅਡ ਦੇ ਵਿੱਚ 3 ਯੂਨੀਵਰਸਿਟੀਆਂ ਸੀ ਇਹਨਾਂ ਕੋਲ, ਘੱਟੋ ਘੱਟ ਇਹਨਾਂ ਦੇ 10 ਵਾਈਸ ਚਾਂਸਲਰ ਲਾਏ ਹੋਣਗੇ, 15-20 ਪ੍ਰੋਫੈਸਰ ਭਰਤੀ ਕੀਤੇ ਹੋਣਗੇ। ਇਹਨਾਂ ਨੇ ਰਾਜ ਸਭਾ ਲੋਕ ਸਭਾ ਦੇ ਵਿੱਚ ਘੱਟੋ ਘੱਟ 40-50 ਬੰਦੇ ਭੇਜੇ ਹੋਣਗੇ। ਉਹ ਕਿੱਥੇ ਹਨਗੇ? ਉਹ ਕਿਉਂ ਨਹੀਂ ਕੰਮ ਆਉਂਦੇ ਸਾਡੇ ਇਹੋ ਜਿਹੇ ਸੰਕਟ ਦੇ ਵਿੱਚ? ਜੇ ਉਹ ਕਿਸ ਤਰ੍ਹਾਂ ਦੇ ਚੁਣ ਕੇ ਭੇਜੇ ਸੀ, ਜਿਹੜੇ ਕਿ ਕਿਸ ਕੰਮ ਵਾਸਤੇ ਭੇਜੇ ਸਨ? ਇਹ ਸਾਰੀਆਂ ਗੱਲਾਂ ਇਹਨਾਂ ਨੂੰ ਜਵਾਬ ਦੇਣਾ। ਦੂਸਰੀ ਗੱਲ ਇਹ ਹੈ, ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਹਨਾਂ ਦਾ ਕਬਜ਼ਾ ਰਿਹਾ, ਸ਼੍ਰੋਮਣੀ ਕਮੇਟੀ ਦੇ ਉੱਤੇ ਅੱਜ ਵੀ ਇਹਨਾਂ ਦਾ ਕਬਜ਼ਾ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜਥੇਦਾਰ ਨੇ ਵੀ ਸੁਜੈਸ਼ਨ ਦਿੱਤੀ ਹੈ। ਉਹ ਦੂਸਰੇ ਲੋਕ 15 ਮਿੰਟਾਂ ਦੀ ਗੱਲ ਹੈ, ਜਿਹੜਾ ਕਿ ਇੱਕ ਦਿਨ ਦੇ ਵਿੱਚ ਜਿਹੜਾ ਕੀਰਤਨ ਰਿਲੇ ਸ਼ੁਰੂ ਹੋ ਸਕਦਾ, ਕਿਉਂ ਨਹੀਂ ਹੋ ਰਿਹਾ? ਇਹ ਲੀਡਰਸ਼ਿਪ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਮਹਿਸੂਸ ਕਰ ਰਹੀ? ਅੱਛਾ, ਜਿਹੜੀਆਂ ਕਿਤਾਬਾਂ ਇਹਨਾਂ ਨੇ ਛਾਪੀਆਂ ਨੇ ਇਸ ਸਮੇਂ ਦੇ ਵਿੱਚ, ਜੇ ਤੁਸੀਂ ਇੱਕੋ ਹੀ ਲੈ ਲਓ ਸਿੱਖ ਇਤਿਹਾਸ, ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਹਿੰਦੀ ਦੇ ਵਿੱਚ ਛਾਪਿਆ, ਲੱਖਾਂ ਦੀ ਗਿਣਤੀ ਦੇ ਵਿੱਚ ਛਾਪ ਕੇ ਤੇ ਇਸ ਹਿੰਦੀ ਬੈਲਟ ਦੇ ਵਿੱਚ ਵੰਡਿਆ। ਉਸ ਦਾ ਸਿੱਧਾ ਮਕਸਦ ਇਹ ਹੈ ਕਿ ਕੋਈ ਵੀ ਇਸ ਨੂੰ ਪੜ੍ਹ ਕੇ ਸਿੱਖ ਬਣ ਨਾ ਸਕੇ। ਇੰਨੀ ਬਦਖੋਈ ਸਿੱਖ ਗੁਰੂ ਸਾਹਿਬਾਨ ਦੀ ਕੀਤੀ ਹੋਈ ਹੈ। ਔਰ ਸ਼੍ਰੋਮਣੀ ਕਮੇਟੀ ਦੀ ਮੋਹਰ ਦੇ ਹੇਠ ਉਹ ਕਿਤਾਬ ਛਪੀ ਹੈ। ਉਹ ਵਿਚਾਰਾ ਬਲਦੇਵ ਸਿੰਘ ਸਰਸਾ ਕੋਈ 30 ਸਾਲਾਂ ਤੋਂ ਉਸ ਦੇ ਬਰਖਲਾਫ ਰੌਲਾ ਪਾ ਰਿਹਾ, 40 ਸਾਲਾਂ ਤੋਂ, ਉਹੀ ਸੁਣਦਾ ਕਿਉਂ ਨਹੀਂ ਕੋਈ? ਇਹ ਸ਼੍ਰੋਮਣੀ ਕਮੇਟੀ ਨੂੰ ਬੈਨ ਕਿਉਂ ਨਹੀਂ ਕਰਦੀ? ਉਸ ਨੂੰ ਅੱਗ ਕਿਉਂ ਨਹੀਂ ਲਾਉਂਦੀ? ਉਸ ਦੇ ਜਿਹੜੇ ਜ਼ਿੰਮੇਵਾਰ ਹਨਗੇ ਉਹਨਾਂ ਨੂੰ ਕਿਉਂ ਸਜ਼ਾ ਨਹੀਂ ਦਿੰਦੀ? ਫਿਰ ਜਿਹੜਾ ਇਹਨਾਂ ਨੇ ਬਾਕੀ ਦੇ ਕੰਮਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਸਿੱਖ ਰਹਿਤ ਹੈ ਇਹਨਾਂ ਨੇ ਲਾਗੂ ਕੀਤੀ ਹੈ। ਸਾਡੇ ਨਿਸ਼ਾਨ ਸਾਹਿਬਾਨ ਇਹਨਾਂ ਸਮਿਆਂ ਦੇ ਵਿੱਚ ਬਦਲ ਗਏ, ਹੁਣ ਉਹ ਭਗਵੇਂ ਰੰਗ ਦੇ ਹੋ ਗਏ। ਕਿਹਨੇ ਕੀਤੇ ਨੇ? ਔਰ ਇਹਨਾਂ ਨੂੰ ਮੁੜ ਕੇ ਆਪਣੇ ਖਾਲਸਾਈ ਰੰਗ ਦੇ ਉੱਤੇ ਲਿਆਉਣ ਲਈ ਕਿੰਨਾ ਕੁ ਕੁਛ ਚਾਹੀਦਾ ਹੈ? ਸਿਰਫ 10 ਮਿੰਟਾਂ ਦਾ ਕੰਮ ਹੈ ਜਿਹੜਾ ਕਿ ਸਾਰਾ ਕੁਝ ਹੋ ਸਕਦਾ ਹੈ। ਇਹ ਕੋਈ ਐਕਸ਼ਨ ਨਹੀਂ ਲੈਂਦੇ। ਲੋਕਾਂ ਨੂੰ ਕਹਿੰਦੇ ਨੇ ਤੁਸੀਂ ਐਂ ਕਰੋ, ਤੁਸੀਂ ਸਾਨੂੰ ਦੱਸੋ, ਤੁਸੀਂ ਸੁਝਾਅ ਦਿਓ, ਤੁਸੀਂ ਇਹ ਕਰੋ। ਖੈਰ ਮੇਰੇ ਦਾ ਸੁਝਾਅ ਕਦੇ ਨਾ ਇਹਨਾਂ ਨੇ ਸੁਣਿਆ ਤੇ ਨਾ ਇਹਨਾਂ ਨੇ ਸੁਣਨਾ, ਉਹ ਗੱਲ ਵੱਖਰੀ ਹੈ। ਲੇਕਿਨ ਇੱਥੇ ਬੜੇ ਬੜੇ ਸਿਆਣੇ ਲੋਕ ਹਨਗੇ, ਉਹਨਾਂ ਨੂੰ ਬੁਲਾ ਕੇ, ਹੁਣ ਜੀ ਤੁਸੀਂ ਹਵਾ ਦੇ ਵਿੱਚ ਸੁਝਾਅ ਕਿਹਦੇ ਕੋਲੇ ਸੁੱਟੇ ਜਾਣ? ਕਦੇ ਕਿਸੇ ਨੇ ਬੁਲਾਇਆ ਬਈ ਜੀ ਆਓ ਬੈਠੋ ਤੇ ਆਪਾਂ ਗੱਲ ਕਰੀਏ? ਹੁਣ ਆ ਜਿਹੜੇ ਸਿੰਪਲ ਚੀਜ਼ਾਂ ਹਨਗੀਆਂ ਜਿਹੜੀਆਂ ਇਹਨਾਂ ਨੂੰ ਪਤਾ ਹੈ, ਨਾਨਕ ਸ਼ਾਹੀ ਕੈਲੰਡਰ ਇਹਨਾਂ ਨੇ ਬਰਬਾਦ ਕੀਤਾ, ਜਾਣ ਕੇ ਬਰਬਾਦ ਕੀਤਾ, ਦੇਖਦਿਆਂ ਹੋਇਆਂ ਚਾਹੁੰਦਿਆਂ ਹੋਇਆਂ RSS ਦੇ ਕਹਿਣ ਦੇ ਉੱਤੇ ਬਰਬਾਦ ਕੀਤਾ। ਜਿਸ ਵੇਲੇ ਅਸੀਂ ਉਹਨੂੰ ਅਡਾਪਟ ਕੀਤਾ ਸੀ। ਪਰ ਗੁਰਤੇਜ ਜੀ, ਇਹ ਤਾਂ ਜਿਸ ਅਕਾਲੀ ਦਲ ਦੀ, ਸੌਰੀ ਮੈਂ ਤੁਹਾਨੂੰ ਟੋਕਣ ਲੱਗਿਆ, ਜਿਸ ਦੀ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ, ਉਹ ਤਾਂ ਕਹਿੰਦੇ ਵੀ RSS ਜਿਹੜੀ ਹੈਗੀ ਹੈ ਇਸ ਪਾਸੇ ਵੱਲ ਨੂੰ ਚੱਲ ਰਹੀ ਹੈ, ਧਰਮ ਪਰਿਵਰਤਨ ਜਾਂ ਇੱਦਾਂ ਦੂਜੀਆਂ ਧਿਰਾਂ ਨੂੰ, ਦੂਜੇ ਧਰਮਾਂ ਨੂੰ ਖੋਰਾ ਲਾਉਣ ਲਈ ਉਹ ਰਾਜਸੀ ਪਰਿਵਰਤਨ ਕਰਵਾ ਰਹੀ ਹੈ। ਅਕਾਲੀ ਦਲ ਤਾਂ ਖੁਦ ਇਹ ਕਹਿ ਰਿਹਾ ਇਹ ਗੱਲ। ਹਾਂ, ਫਿਰ RSS ਨੂੰ ਕੌਣ ਚੁੱਕ ਕੇ ਮੋਢਿਆਂ ਤੇ ਲਿਆਇਆ ਸੀ ਇੱਥੇ? ਪਿਛਲੇ ਜਦੋਂ ਤੁਸੀਂ 30 ਸਾਲ 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ ਸੰਘ ਪਰਿਵਾਰ ਦੇ ਨਾਲ ਰੱਖਦੇ ਹੋ, ਇਹ ਜਾਣਦਿਆਂ ਹੋਇਆਂ ਕਿ ਸਾਰੀ ਜਦੋਂ ਦੀ ਉਹ ਹੋਂਦ ਦੇ ਵਿੱਚ ਆਈ ਹੈ, ਉਹਨਾਂ ਨੇ ਕਦੇ ਵੀ ਤੁਹਾਡੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ, ਸਗੋਂ ਤੁਹਾਡੀ ਬੋਲੀ ਨੂੰ ਨਕਾਰਿਆ, ਤੁਹਾਡੇ ਪੰਜਾਬੀ ਸੂਬਾ ਬਣਨ ਦੇ ਵਿਰੁੱਧ ਸੀ। ਤੁਹਾਨੂੰ ਜਿਸ ਵੇਲੇ ਵੀ ਕੋਈ ਜਲੂਸ ਨਿਕਲਦਾ ਸੀ ਇਹਨਾਂ ਦਾ, ਇਹ ਤਾਂ ਅਭਿਲਾਸ਼ੀ ਵਾਲੇ ਦਾ ਤਾਂ ਉਹ ਆਬਵੀਅਸ ਹੈ, ਲੇਕਿਨ ਉਸ ਤੋਂ ਇਲਾਵਾ ਵੀ ਲੁਧਿਆਣੇ ਦੇ ਵਿੱਚ ਇਹਨਾਂ ਨੇ ਆਪਾਂ ਜਵਾਬ ਲੈਣੇ ਆ ਗੁਰੂ ਨਾਨਕ ਸਾਹਿਬ ਇਸ ਜਲੂਸ ਦੇ ਉੱਤੇ ਜਿਹੜਾ ਨਿਕਲਿਆ, ਉਸ ਦੇ ਉੱਤੇ ਸਿਗਰਟਾਂ ਸੁੱਟੀਆਂ, ਹਮਲਾ ਕੀਤਾ,
ਔਰ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਸੀਗੇ। ਤੁਸੀਂ ਉਸ ਵੇਲੇ ਕਿਉਂ ਉਹਦਾ ਇੰਤਜ਼ਾਮ ਨਹੀਂ ਕੀਤਾ? ਜੀ। ਤੁਸੀਂ ਕਿਉਂ ਉਹਨਾਂ ਦੀ ਝੋਲੀ ਦੇ ਵਿੱਚ ਜਾ ਕੇ ਪੈ ਗਏ? ਹੁਣ ਤੁਸੀਂ ਕਹਿੰਦੇ ਹੋ ਕਿ ਸਾਡੀ ਦਾੜੀ, ਪਹਿਲਾਂ ਤਾਂ ਉਹਨਾਂ ਦੇ ਹੱਥ ਫੜਾਈ ਹੈ, ਫਿਰ ਤੁਸੀਂ ਕਹਿੰਦੇ ਹੋ ਕਿ ਥੋੜੇ ਵਾਲ ਪੁੱਟੋ। ਹੁਣ ਤੁਸੀਂ ਇਸ ਦਾ ਇੰਤਜ਼ਾਮ ਤੁਸੀਂ ਕਰਨਾ ਹੈ। ਤੁਸੀਂ ਅੱਜ ਅਸੀਂ ਲੈ ਰਹੇ ਹਾਂ, ਸਲਾਹ ਲੈ ਰਹੇ, ਕਿਹਦੇ ਕੋਲੋਂ ਸਲਾਹ ਲੈ ਰਹੇ ਆ? ਮੈਨੂੰ ਤਾਂ ਕਦੇ ਨਹੀਂ ਦੱਸਿਆ ਅਖਬਾਰ ਦੇ ਵਿੱਚ ਜਾਂ ਕਿਸੇ ਦੇ। ਜੀ ਗੁਰਤੇਜ ਜੀ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ, ਆਪਾਂ ਜਵਾਬ ਲੈ ਲਈਏ। ਕੀਤਾ ਹੋਵੇ ਵੀ ਤੁਸੀਂ ਜੀ ਡਾਕਟਰ ਸੋਤਾ, ਮੈਂ ਤੁਹਾਡੇ ਤੋਂ ਹੀ ਸਵਾਲ ਲੈਣਾ। ਪਹਿਲਾਂ ਪੀਰ ਮੁਹੰਮਦ ਜੀ ਤੋਂ ਇਸ ਮੁੱਦੇ ਤੇ ਸਵਾਲ ਲੈ ਲਈ। ਪੀਰ ਮੁਹੰਮਦ ਜੀ, ਜਿਹੜੀ ਤੁਸੀਂ RSS ਦੀ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਉਹ ਰਾਜਸੀ ਪਰਿਵਰਤਨ ਕਰ ਰਹੀ ਹੈ, ਧਰਮ ਪਰਿਵਰਤਨ ਦੀ ਆਪਾਂ ਗੱਲ ਕਰਦੇ ਹਾਂ, ਗੁਰਤੇਜ ਜੀ ਦਾ ਕਹਿਣਾ ਹੈ ਕਿ RSS ਨੂੰ ਮੋਢਿਆਂ ਤੇ ਤਾਂ ਅਕਾਲੀ ਦਲ ਨੇ ਪਾਇਆ ਲਿਆ ਕੇ, ਫਿਰ ਆਪਾਂ ਕਿਹੜੀ RSS ਦੀ ਗੱਲ ਕਰਦੇ ਹਾਂ? ਦੇਖੋ, ਗੱਲ ਇਹ ਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਚੋਣ ਗੱਠਜੋੜ ਸੀ, ਉਸ ਗੱਠਜੋੜ ਦੇ ਵਿੱਚ ਜਿਹੜਾ RSS ਜਾਂ BJP, ਇਹ ਇੱਕ ਬਹੁਤ ਵੱਡਾ ਇੱਕ ਜਿਹੜਾ ਸਮਝਦੇ ਆ ਕਿ ਜਿਹੜਾ ਅੱਜ ਮਹਿਸੂਸ ਹੋ ਰਿਹਾ ਹੁਣ ਜਾ ਕੇ, ਕਿ ਇਹ ਜਿਸ ਤਰੀਕੇ ਦੇ ਨਾਲ, ਕਿਉਂਕਿ ਉਸ ਵਕਤ ਦੀ ਨੁਕਤਾਚੀਨੀ ਕਰਨ ਵਾਲਿਆਂ 'ਚ ਅਸੀਂ ਵੀ ਸ਼ਾਮਲ ਸੀ ਕਿ BJP RSS ਦੇ ਨਾਲ ਜਿਹੜੀ ਸਾਂਝ ਪਿਆਲੀ ਇਹ ਠੀਕ ਨਹੀਂ ਹੈਗੀ। ਲੇਕਿਨ ਉਹਦੇ ਵਿੱਚੋਂ ਜਦੋਂ ਹੁਣ ਬਾਹਰ ਇਹ ਤਾਂ ਦੇਖੋ, ਇਹ ਗੱਲ ਤਾਂ ਹੈ, ਤੁਸੀਂ ਵੱਡੀ ਗੱਲ ਪੀਰ ਮੁਹੰਮਦ ਜੀ ਕਹਿ ਰਹੇ ਹੋ, ਜਿਹੜੀ ਵੱਡੀ ਗੱਲ ਹੈ, ਇਹ ਮੈਂ ਇਹ ਵੀ ਮੰਨਦਾ ਕਿ ਤੁਸੀਂ ਇਮਾਨਦਾਰੀ ਨਾਲ ਕਮੈਂਟ ਕਰ ਰਹੇ ਹੋ, ਦੁਨੀਆ ਭਰ 'ਚ ਲੋਕ ਤੁਹਾਨੂੰ ਦੇਖ ਰਹੇ ਸੁਣ ਰਹੇ ਆ। ਕੀ ਇਹ ਜਿਹੜਾ ਸਮਝੌਤਾ ਜਾਂ ਸਹਿਮਤੀ ਜਿਹੜੀ ਹੈ ਗਲਤੀ ਸੀ? ਨਹੀਂ, ਗੱਲ ਪੂਰੀ ਹੋ ਲੈਂਦੇ ਹੋ, ਮੈਂ ਤੁਹਾਨੂੰ ਗੱਲ ਦੱਸਦਾ। ਹੁਣ ਜਦੋਂ ਉਹਨਾਂ ਦੇ ਨਾਲੋਂ ਨਾਤਾ ਤੋੜਿਆ, ਨਾਤਾ ਤੋੜਨ ਤੋਂ ਬਾਅਦ ਦੇਖੋ ਉਹ ਜਿਹੜੀ ਭਰਪਾਈ ਹੈ ਉਹ ਕਿਵੇਂ ਪੂਰੀ ਹੋ ਸਕਦੀ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਨੇ, ਇੱਕ ਵੱਖਰੇ ਫਰੰਟ ਦੇ ਉੱਤੇ ਖੜੀਆਂ ਨੇ, ਉਹ ਹੁਣ ਕੀ ਕਰ ਰਹੀਆਂ ਨੇ? ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਹੁਣ ਉਹ ਕੰਮ ਉਹ ਕਰ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜ ਲਿਆ, ਲੇਕਿਨ ਉਹਨਾਂ ਨੇ ਸਾਰਿਆਂ ਨੇ ਨਾਤਾ ਜੋੜ ਲਿਆ। ਅੱਜ ਤੁਸੀਂ ਦੇਖੋ, ਜਿਹੜੇ ਜਿਹੜੇ ਨੁਕਤਾਚੀਨੀ ਕਰਨ ਵਾਲੇ ਦਲ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਸਮਾਜਿਕ ਨੇ, ਤੇ ਚਾਹੇ ਉਹ ਰਾਜਸੀ ਦਲ ਨੇ ਜਿਹੜੇ ਸਿੱਖਾਂ ਦੇ ਆ, ਉਹ ਸਿੱਧੇ ਰੂਪ ਦੇ ਵਿੱਚ BJP ਦੀ ਸਪੋਰਟ ਲੈ ਕੇ ਟਾਰਗੇਟ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ, ਜਿੱਥੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ। ਦੇਖੋ, ਪਹਿਲਾਂ ਦੇਖੋ, ਅਸੀਂ ਖੁੱਲੇ ਮਨ ਨਾਲ ਗਲਤੀ ਸਵੀਕਾਰ ਕਰਦੇ ਪਏ ਆ ਕਿ ਰਾਜਸੀ ਮਜਬੂਰੀਆਂ ਜਾਂ ਇਹੋ ਜਿਹੇ ਹਾਲਾਤ ਕਿ ਜੋ ਜਿਸ ਦੇ ਵਿੱਚ ਉਸ ਵੇਲੇ ਦੀ ਲੀਡਰਸ਼ਿਪ ਨੇ ਜਿਹੜੇ ਫੈਸਲੇ ਲਏ ਆ, ਲੇਕਿਨ ਜਦੋਂ ਹੁਣ ਇਹ ਬਾਹਰ ਆਏ ਨੇ, ਸ਼੍ਰੋਮਣੀ ਅਕਾਲੀ ਦਲ ਉਹਦੇ ਚੋਂ ਬਾਹਰ ਆਇਆ, ਤਾਂ ਤੁਸੀਂ ਦੇਖੋ ਇੱਕ ਇੱਕ ਕਰਕੇ ਉਹ ਸਾਰੇ ਬੰਦੇ, ਚਾਹੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਲੈ ਕੇ ਦੇਖ ਲਓ, ਪਟਨਾ ਸਾਹਿਬ ਵੱਲ ਵੇਖ ਲਓ, ਹਜੂਰ ਸਾਹਿਬ ਵੱਲ ਦੇਖ ਲਓ, ਪੰਜਾਬ ਦੇ ਅੰਦਰ ਵੇਖ ਲਓ, ਜਿੰਨੇ ਧਾਰਮਿਕ ਸੰਗਠਨ ਨੇ ਸਾਡੇ, ਉਹਨਾਂ ਦੇ ਵਿੱਚ ਬਹੁਤਾਤ ਜਿਹੜੀ ਹੈ, ਜਾਂ ਜਿਹੜੇ ਸਾਡੇ ਰਾਜਸੀ ਦਲ ਨੇ ਵੱਖਰੇ ਵੱਖਰੇ ਬਣੇ ਆ, ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਟੁੱਟ ਕੇ ਜਿਨ੍ਹਾਂ ਨੇ ਵੱਖਰੇ ਗਰੁੱਪ ਬਣਾਏ ਆ, ਉਹ ਸਾਰੇ ਉਸੇ BJP ਤੇ ਉਸੇ RSS ਦੀ ਸਪੋਰਟ ਲੈ ਕੇ। ਬਹੁਤ ਵੱਡੀ ਗੱਲ ਪੀਰ ਮੁਹੰਮਦ ਜੀ, ਬਹੁਤ ਵੱਡੀ ਗੱਲ ਕਹੀ ਆ ਤੁਸੀਂ, ਬਹੁਤ ਵੱਡੀ ਗੱਲ ਕਹਿ ਰਹੇ ਹੋ। ਮੈਂ ਜ਼ਰੂਰ ਤੁਹਾਨੂੰ ਥੋੜਾ ਰੋਕਣਾ ਚਾਹਾਂਗਾ। ਮੈਂ ਇਸ ਮੁੱਦੇ ਤੇ ਗੁਰਤੇਜ ਜੀ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ। ਤੁਸੀਂ ਜਿਸ ਮੁੱਦੇ ਦੀ ਗੱਲ ਕਰ ਰਹੇ ਹੋ, ਕਹਿੰਦੇ ਜੀ ਅਸੀਂ ਸਹੀ ਟਿਕਾਣੇ ਤੇ ਸਹੀ ਲਾਈਨ ਤੇ ਆ ਰਹੇ ਹਾਂ, ਤਾਂ ਦੂਜੀਆਂ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਜਾਂ ਨੇਤਾ ਹੈਗੇ ਆ, ਉਹੀ RSS ਦੀ ਝੋਲੀ 'ਚ ਜਾ ਕੇ ਬੈਠਣ ਲੱਗੇ ਆ। ਪਹਿਲਾਂ ਤਾਂ ਇਹ ਦੱਸਣ ਕਿ ਕਿਸ ਤਰ੍ਹਾਂ ਨਾਲ ਸਹੀ ਲਾਈਨ ਦੇ ਉੱਤੇ ਆ ਰਹੇ ਆ। ਸਿਰਫ ਗੱਲਾਂ ਕਰਕੇ ਕੋਈ ਅਮਲ ਕਿਉਂ ਨਹੀਂ ਨਜ਼ਰ ਆਉਂਦਾ ਸਾਨੂੰ? ਹੁਣ ਇੰਨਾ ਸਮਾਂ ਹੋ ਗਿਆ ਇਹਨਾਂ ਨੂੰ, ਇਹ ਕਹਿੰਦੇ ਅਸੀਂ ਛੱਡ ਕੇ ਆ ਗਏ ਉਹਨਾਂ ਨੂੰ। ਪਿਛਲੀ ਡਿਬੇਟ ਦੇ ਵਿੱਚ ਵੀ ਤੁਸੀਂ ਦੇਖਿਆ ਸੀ, ਉਹ ਲੋਕ ਤਾਂ ਇੱਕ ਲਫ਼ਜ਼ ਇਹਨਾਂ ਦੇ ਬਾਰੇ ਕਹਿਣ ਨੂੰ ਤਿਆਰ ਨਹੀਂ, ਇਹਨਾਂ ਦੇ ਬਰਖਲਾਫ। ਤਾਂ ਅਸੀਂ ਕਿਵੇਂ ਜਾਣੀਏ ਕਿ ਛੱਡ ਕੇ ਆ ਗਏ ਨੇ, ਤੇ ਕੀ ਇਹ ਨਵੇਂ ਪੈਂਤਰੇ ਦੇ ਵਿੱਚੋਂ ਕੀ ਨਿਕਲੇਗਾ, ਅਸੀਂ ਕੀ ਜਾਣੀਏ? ਜਿੰਨੇ ਸਿੱਖਾਂ ਦੇ ਦੁਸ਼ਮਣ ਹੋਏ ਨੇ, ਜਿਨ੍ਹਾਂ ਨੇ ਇੱਕ ਇਨਕਾਊਂਟਰ ਕੀਤੇ ਫਾਲਸ, ਜਿਨ੍ਹਾਂ ਨੇ ਇੱਕ ਨਕੋਦਰ ਦਾ ਕਾਂਡ ਕੀਤਾ, ਜਿਨ੍ਹਾਂ ਨੇ ਇੱਥੇ ਦੂਸਰਾ ਕਾਂਡ ਕੀਤਾ 2015 ਵਾਲਾ ਬਾਈਬਲ ਕਲਾਮ ਦਾ, ਜਿਨ੍ਹਾਂ ਨੇ 1978 ਵਾਲਾ ਨਿਰੰਕਾਰੀ ਕਾਂਡ ਕੀਤਾ, ਉਹਦਾ ਸਾਰੇ ਇਹਨਾਂ ਦੇ ਯਾਰ ਆਣਗੇ ਰਹੇ ਨੇ। ਕਿਸ ਤਰੀਕੇ ਨਾਲ, ਕਿਹੜੇ ਤਰੀਕੇ ਨਾਲ ਇਹ ਕਹਿੰਦੇ ਨੇ ਵੀ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ? ਕੁਛ ਸਾਨੂੰ ਸਬੂਤ ਤਾਂ ਦੇਣ। ਗੁਰਤੇਜ ਜੀ ਉਹ ਕਹਿੰਦੇ ਆ ਕੋਈ ਜੀ, ਗੁਰਤੇਜ ਜੀ ਉਹ ਕਹਿੰਦੇ ਕਿ ਪਿਛਲੀਆਂ ਗਲਤੀਆਂ, ਉਹ ਕਹਿੰਦੇ ਅਸੀਂ ਖੁੱਲੇ ਦਿਲ ਨਾਲ ਮੰਨਦੇ ਹਾਂ ਕਿ ਪਿਛਲੀਆਂ ਗਲਤੀਆਂ ਹੋਣੀਆਂ, ਪਰ ਕਹਿੰਦੇ ਬਦਲ ਨੂੰ ਤਿਆਰ ਆ। ਪੰਜਾਬੀ ਜੀ ਨੂੰ ਕਹਿੰਦੇ ਆ, ਉਹਨਾਂ ਨੂੰ ਦੱਸੋ ਨਾ ਕਿ ਕਿਹੜੇ ਤੱਤੇ ਤਵੇ ਤੇ ਬੈਠਣ ਜਿਹਦੇ ਨਾਲ ਮੰਨਿਆ ਜਾ ਸਕੇ ਕਿ ਭਰੋਸਾ ਹੋ ਸਕਦਾ ਹੈ। ਨਹੀਂ, ਹਾਂ ਦੱਸ ਰਹੇ ਆ, ਇਹਨਾਂ ਨੂੰ ਬਾਰ-ਬਾਰ ਦੱਸ ਰਹੇ ਆ, ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਦਰੁਸਤੀਆਂ ਕਰੋ। ਇਸ ਤੋਂ ਘੱਟ ਅਸੀਂ ਕੀ ਕਰੀਏ? ਕਿਸ ਤਰ੍ਹਾਂ ਜਾਣੀਏ ਵੀ ਤੁਸੀਂ ਛੱਡ ਕੇ ਆ ਗਏ?
ਜੀ ਪੀਰ ਮਾਮਾ ਜੀ ਉਹਨਾਂ ਦੀ- ਤੇ ਉਹਨਾਂ ਸੰਖੇਪ ਦਾ ਵਿੱਚ ਤੁਹਾਡੇ ਤੋਂ ਜਵਾਬ ਉਹਨਾਂ ਦਾ ਚਾਹਾਂਗਾ ਭਗਵਾ ਜਿਹੜਾ ਗੁਰਤੇਜ ਜੀ ਝੰਡਾ ਕਹਿੰਦੇ ਨੇ ਦੱਸੋ ਨਾ ਚਲਾ ਰਹੇ ਹੋ। ਜੀ ਦੇਖੋ, ਬਹੁਤ ਜੀ ਪੀਰ ਮਾਮਾ ਜੀ ਜਲਦੀ- ਡਾਕਟਰ ਸੋਤਾ ਤੋਂ ਮੈਂ ਜਵਾਬ ਲੈਣਾ ਪਰ ਤੁਸੀਂ ਦੱਸੋ ਜਿੱਦਾਂ ਮੈਂ ਕਿਹਾ ਵੀ ਦੱਸੋ ਅਕਾਲੀ ਦਲ ਕਿਹੜੇ ਤੱਤੇ ਤਵੇ ਤੇ ਬੈਠੇ ਹੋ ਕਹਿੰਦੇ ਕੋਈ ਮੈਂ ਭਰੋਸਾ ਕਰੀਏ ਅਸੀਂ ਨਹੀਂ ਦੇਖੋ, ਇਹ ਬਿਲਕੁਲ ਜਿਹੜਾ ਅਮਲ ਹੈ ਨਾ, ਅਮਲ ਵੀ ਦੇਖਣ ਨੂੰ ਆਉਂਦੇ ਦਿਨਾਂ ਦੇ ਵਿੱਚ ਨਜ਼ਰ ਆਵੇਗਾ, ਕਿਉਂਕਿ ਦੇਖੋ ਕੀ ਹਾਲਾਤ ਨੇ ਅੰਦਰੋਂ ਤੇ ਬਾਹਰੋਂ। ਇੱਕ ਬਹੁਤ ਵੱਡੀ ਸਪਸ਼ਟ ਰੂਪ ਦੇ ਵਿੱਚ ਚੁਣੌਤੀ ਜਿਹੜੀ ਹੈ ਉਹ ਇਸ ਗੱਲ ਦੀ ਚੁਣੌਤੀ ਹੈ ਕਿ ਦੇਖੋ ਜਿੰਨਾ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਦੀ ਲੋੜ ਹੈ, ਉਹ ਤਬਦੀਲੀਆਂ ਦੇ ਨਾਲ ਨਾਲ ਜਿਹੜੀ ਇੱਕ ਸਪੋਰਟ ਦੀ ਬਹੁਤ ਵੱਡੀ ਲੋੜ ਹੈ। ਸਪੋਰਟ ਜੇ ਸਪੋਰਟ ਕਰਨ ਵਾਲੇ ਜਿਹੜੇ ਆ ਉਹ ਨਾਲ ਆਪਣੀਆਂ ਸ਼ਰਤਾਂ ਦੇ ਨਾਲ ਨੁਕਤਾਚੀਨੀ ਨੂੰ ਪਹਿਲ ਦੇਣਗੇ ਤਾਂ ਕਦੇ ਨਹੀਂ ਹੋ ਸਕਦਾ ਕੁਝ ਠੀਕ। ਪੀਰ ਮਾਮਾ ਜੀ ਠੀਕ ਪੀਰ ਮਾਮਾ ਜੀ ਕਰਨ ਦੇਖੋ ਵਾਸਤੇ ਗੱਲ ਲੰਬੀ ਹੋ ਜਾਂਦੀ ਹੈ। ਗੁਰਤੇਜ ਜੀ ਇਹ ਕਹਿ ਰਿਹਾ ਹੈ ਇਹ ਕੀ ਗੱਲ ਹੋਈ? ਉਹ ਕਹਿੰਦੇ ਵੀ ਹੁਣ ਅਨਕੰਡੀਸ਼ਨਲੀ ਅਸੀਂ ਗੱਲ ਕਿੱਦਾਂ ਕਰੀਏ। ਉਹ ਕਹਿੰਦੇ ਕੋਈ ਭਰੋਸਾ ਪਤਾ ਲੱਗੇ ਵੀ ਕਿੱਦਾਂ ਜਿਹੜਾ ਹੈਗਾ ਇਸ ਅਕਾਲੀ ਦਲ ਨੇ ਮੋੜਾ ਕੱਟਿਆ। ਉਹ ਇਹ ਗੱਲ ਕਹਿ ਰਿਹਾ ਹੈ ਉਹ ਚੁੱਪ ਕਰਕੇ ਆ ਜਾਣਗੇ ਸਰਨੀਵੀਂ ਕਰਕੇ ਤਾਂ ਪੋਸੀਬਲ ਹੋ ਨਹੀਂ ਸਕੇਗਾ। ਦੇਖੋ ਮੋੜਾ ਕੱਟਣ ਦੀ ਮੈਂ ਤੁਹਾਨੂੰ ਦੱਸ ਦੇਣਾ ਜੀ, ਜਿਹੜਾ ਕੁਝ ਐਸਟੀਪੀਸੀ ਕਰ ਸਕਦੀ ਹੈ, ਜਿਹੜੇ ਉਹਨਾਂ ਕੋਲੋਂ ਪਾਪ ਕਰਵਾਏ ਨੇ ਉਹਦਾ ਰਿਵਰਸ ਕਰ ਦਿਓ, ਸਾਨੂੰ ਦਿਖਾਓ ਤਾਂ ਸਹੀ ਕੁਛ। ਗੱਲਾਂ ਹੀ ਗੱਲਾਂ ਕਰੀ ਦੇਖੋ ਜਾਂਦੇ ਹੁਣ ਤੁਸੀਂ ਉਸ ਦਿਨ ਦੇ, ਅਸੀਂ ਜਿਵੇਂ ਛੱਡਤਾ ਤੁਸੀਂ ਦੇਖੋ- ਜੇ ਤੁਸੀਂ ਛੱਡਤਾ ਉਹਨਾਂ ਨੂੰ ਤਾਂ ਜਿਹੜੇ ਉਹਨਾਂ ਦੇ ਇਨਫਲੂਐਂਸ ਦੇ ਹੇਠ ਸੁਦਰਸ਼ਨ ਦੇ ਕਹਿਣ ਦੇ ਉੱਤੇ ਤੁਸੀਂ ਕੈਲੰਡਰ ਸਾਡਾ ਢਾਇਆ, ਤੁਸੀਂ ਕੈਲੰਡਰ ਬਹਾਲ ਕਰੋ। ਕੀ ਲੱਗਦਾ ਇਹਦੇ ਵਿੱਚ? ਅੱਧਾ ਦਿਨ ਲੱਗਦਾ, ਅੱਧਾ ਘੰਟਾ ਲੱਗਦਾ ਹੈ। ਜਿਹੜਾ ਇਹਨਾਂ ਨੇ ਸਾਰੇ ਨਿਸ਼ਾਨ ਸਾਹਿਬ ਪੂਰੇ ਕਰਤੇ ਜੀ। ਇਹਨਾਂ ਨੂੰ ਆਪਾਂ ਜਵਾਬ ਲਈਏ ਮੁੜ ਕੇ ਪੀਰ ਉਸੇ ਮਾਮਾ ਜੀ ਉਹ ਕਹਿੰਦੇ ਨਾਲ ਅੱਧੇ ਘੰਟੇ ਦੀ ਗੱਲ ਹੈ, ਕੁਝ ਗੱਲਾਂ ਦੀਆਂ ਤਬਦੀਲੀ ਤਾਂ ਹੋਵੇ ਨਾ ਜਿਹਦੇ ਨਾਲ ਭਰੋਸਾ ਦੇਖੋ ਬਣੇ। ਜਿਹੜਾ ਉਸ ਤੋਂ ਨਾਨਕਸ਼ਾਹੀ ਸਾਨੂੰ ਕੈਲੰਡਰ ਹੈ ਨਾ ਜੀ, ਦੇਖੋ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਇਸ ਵਕਤ ਇੱਕ ਪਾਸੇ ਜਿਹੜਾ ਸੰਤ ਸਮਾਜ ਹੈ, ਇੱਕ ਪਾਸੇ ਸੰਤ ਸਮਾਜ ਜਿਹੜਾ ਹੈ ਉਹ ਇਸ ਗੱਲ ਦੇ ਉੱਤੇ ਖੜਾ ਹੈ। ਦੂਸਰੇ ਪਾਸੇ ਸਾਡੇ ਜਿਹੜੇ ਵਿਦਵਾਨ ਨੇ, ਬਹੁਤ ਸਾਰੇ ਵਿਦਵਾਨਾਂ ਹੋਰਾਂ ਨਾਲ ਵੀ ਗੱਲਬਾਤ ਹੋਈ ਹੈ, ਉਹਨਾਂ ਦੇ ਵਿੱਚ ਇੱਕ ਸਾਰ ਇੱਕ ਰਾਏ ਪੈਦਾ ਕਰਨ ਵਾਸਤੇ ਕੋਈ ਤਾਲਮੇਲ ਤਾਂ ਬਣਾਉਣਾ ਪਵੇਗਾ ਨਾ ਜੀ। ਕਿਉਂਕਿ ਇੱਕ ਧਿਰ ਜਿਹੜੀ ਹੈ ਉਹ ਇਹ ਗੱਲ ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ 13 ਅਪ੍ਰੈਲ 1999 ਨੂੰ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜਾਰੀ ਕੀਤਾ ਗਿਆ ਸੀ ਉਹ ਲਾਗੂ ਹੋਣਾ ਚਾਹੀਦਾ। ਮੈਂ ਉਹਦਾ ਹਾਮੀ ਹਾਂ ਔਰ ਲਗਾਤਾਰ ਉਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਪਰ ਇੱਕ ਬਹੁਤ ਵੱਡੀਆਂ ਜਿਹੜੀਆਂ ਸੰਤ ਸਮਾਜ ਦੀਆਂ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਸੰਤੁਸ਼ਟ ਵੀ ਕਰਨਾ ਪਵੇਗਾ। ਚਲੋ ਤੁਹਾਡੀ ਗੱਲ ਆ ਗਈ ਬਿਲਕੁਲ। ਅੱਛਾ, ਤੁਹਾਡਾ ਵਿਊ ਪੁਆਇੰਟ ਹੈ ਪੀਰ ਮਾਮਾ ਜੀ। 99 ਤੁਹਾਡਾ ਵਿਊ ਪੁਆਇੰਟ ਹੈ, ਮਿਹਰਬਾਨੀ ਤੁਹਾਡਾ ਵਿਊ ਪੁਆਇੰਟ ਆ ਗਿਆ। 23 ਸਾਲ ਸਾਨੂੰ ਇਹਨਾਂ ਕੋਲੇ ਕੰਮ ਕਰਨ ਵਾਸਤੇ ਕੀ ਕੀਤਾ ਇਹਨਾਂ ਨੇ ਫਿਰ ਉਸ ਪੀਰੀਅਡ ਦੇ ਦੌਰਾਨ? ਨਹੀਂ, ਮੈਂ ਸਰਦਾਰ ਗੁਰਤੇਜ ਸਿੰਘ ਜੀ ਉਹੀ ਬੇਨਤੀ ਕਰ ਰਿਹਾ ਕਿ ਜਿਵੇਂ ਹੁਣ ਦਮਦਮੀ ਟਕਸਾਲ ਹੈ, ਸੰਤ ਸਮਾਜ ਦਾ ਜਿਹੜਾ ਇੱਕ ਆਪਣਾ ਸਾਰਾ ਫੰਕਸ਼ਨ ਬਣਿਆ ਹੋਇਆ, ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਨੇ, ਉਹਨਾਂ ਨੂੰ ਆਪਾਂ ਮਾਈਨਸ ਵੀ ਨਹੀਂ ਨਾ ਕਰ ਸਕਦੇ। ਸਾਰੀਆਂ ਸਿੱਖੀ ਦੇ ਉੱਤੇ ਹਾਵੀ ਹੋਣਗੀਆਂ, ਇਹ ਸਿੱਖੀ ਦੀਆਂ ਸਹਿਯੋਗੀ ਸੰਸਥਾਵਾਂ ਹੋਣਗੀਆਂ ਕਿ ਸਿੱਖੀ ਤੇ ਹਾਵੀ ਹੋਣਗੀਆਂ? ਆਪਾਂ ਦੁਆਰਾ ਮੈਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਭਰੋਸੇ 'ਚ ਤਾਂ ਲੈਣਾ ਪਵੇਗਾ ਨਾ ਨਾਲ ਜੀ। ਪੀਰ ਮਾਮਾ ਜੀ ਬਿਲਕੁਲ ਜਿਹੜਾ ਭਰੋਸੇ 'ਚ ਲੈਣ ਦੀ ਤੁਸੀਂ ਗੱਲ ਕਰ ਰਹੇ, ਪਰ ਗੁਰਤੇਜ ਜੀ ਤੋਂ ਵੀ ਸਵਾਲ ਲਵਾਂਗੇ। ਡਾਕਟਰ ਸੋਤਾ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਡਾਕਟਰ ਸੋਤਾ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਗੁਰਤੇਜ ਜੀ ਨੇ ਸਵਾਲ ਉਠਾਇਆ ਵੀ ਕਿਸ ਤਰੀਕੇ ਨਾਲ ਜਿਹੜਾ ਅਕਾਲੀ ਲੀਡਰਸ਼ਿਪ ਤੇ ਭਰੋਸਾ ਕੀਤਾ ਜਾਵੇ। ਕੁਝ ਨਾ ਕੁਝ ਸਾਹਮਣੇ ਤਾਂ ਆਉਣਾ ਚਾਹੀਦਾ ਹੈ। RSS ਦਾ ਮੁੱਦਾ ਵੀ ਹੈ, ਦੂਜੇ ਪਾਸੇ ਅਕਾਲੀ ਦਲ ਦੇ ਸਪੋਕਸਪਰਸਨ ਉਹਨਾਂ ਦਾ ਕਹਿਣਾ ਕਿ ਜੇ ਅਸੀਂ RSS ਨੂੰ ਛੱਡਤਾ ਹੈ ਤਾਂ ਕਈ ਇਹੋ ਜਿਹੀਆਂ ਪੰਥਕ ਸਿੱਖ ਜਥੇਬੰਦੀਆਂ ਜਿਹੜੀਆਂ ਜਾ ਕੇ ਉਹ RSS ਦੀ ਚੋਲੀ 'ਚ ਬੈਠ ਗਈਆਂ। ਦੇਖੋ ਮੈਂ ਫਿਰ ਤਾਂ ਗੁਰਬਾਣੀ ਤੇ ਹੀ ਆਪਾਂ ਤਾਂ ਆਸਥਾ ਰੱਖਦੇ ਹਾਂ ਕਿ ਉਹੀ ਵਾਹਿਗੁਰੂ ਹੀ ਸਮਤ ਬਖਸ਼ੇ। ਗੁਰਬਾਣੀ ਕਹਿੰਦੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਅੰਨਾ ਆਗੂ ਜੇ ਥੀਏ, ਸਿੱਧੂ ਸਾਹਿਬ, ਅੰਨਾ ਆਗੂ ਜੇ ਥੀਏ ਸਭ ਸਾਥ ਮੁਹਾਵੇ। ਜਿਹੜਾ ਆਗੂ ਹੀ ਅੰਨਾ ਹੈ ਉਹ ਦੱਸੋ ਕਿਵੇਂ ਕਿਸੇ ਨੂੰ ਪਾਰ ਲੰਘਾਏਗਾ? ਆਪ ਹੀ ਡੁੱਬੇਗਾ ਤੇ ਸੰਗੀ ਵੀ ਡੁੱਬੇਗਾ। ਜਿਹੜਾ ਵੀਰ ਜੀ ਕਹਿੰਦੇ ਸੀਗੇ ਕਿ ਨਿਰਾ ਨੁਕਤਾਚੀਨੀ ਕਰਦੇ ਹੈ, ਦਰਅਸਲ ਗੱਲ ਬੜੀ ਸਿੱਧੀ ਤੇ ਸਿੰਪਲ ਹੈ। ਆਪ ਗਵਾਈਏ ਤਾਂ ਸੋ ਪਾਈਏ, ਅਵਰ ਕੈਸੀ ਚਤਰਾਈ। ਸੱਚ ਨੂੰ ਮੰਨਣਾ ਸਾਡਾ ਫਰਜ਼ ਹੈ। ਅਸੀਂ ਸੱਚ ਤੋਂ ਮੂੰਹ ਨਾ ਮੋੜੀਏ, ਜਾਂ ਇਹ ਕਹਿ ਲਓ ਕਿ ਜਿੱਥੇ ਜ਼ਰੂਰਤ ਹੈਗੀ, ਜਿੱਥੇ ਖੋਰਾ ਲੱਗਿਆ ਹੈਗਾ, ਉਹ ਤਾਂ ਆਪਾਂ ਕਿਤਾਬਾਂ ਬੰਦ ਕੀਤੀਆਂ ਹੋਈਆਂ ਨੇ, ਉਹ ਤਾਂ ਆਪਾਂ ਚੈਪਟਰ ਖੋਲ੍ਹਣ ਨੂੰ ਤਿਆਰ ਨਹੀਂ। ਇਕੱਠੇ ਹੋ ਜਾਓ,
ਵਿਚਾਰ ਦੇ ਦਿਓ, ਕਿਹਨੂੰ ਦੇ ਦਿਓ ਵਿਚਾਰ, ਕਿੱਥੇ ਬਹਿ ਕੇ ਦਈਏ ਵਿਚਾਰ, ਕੌਣ ਮੰਗਦਾ ਵਿਚਾਰ, ਕੌਣ ਜ਼ਰੂਰਤ ਸਮਝਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਆਪ ਵਿੱਚ ਹੀ ਸੈਲਫ ਐਕਸਪਲੇਨੇਟਰੀ ਨੇ। ਇਸ ਕਰਕੇ ਸਾਨੂੰ ਸੱਚ ਨੂੰ ਪਛਾਣਨਾ ਚਾਹੀਦਾ ਹੈ। ਡਾਕਟਰ ਸਾਹਿਬ ਦੱਸੋ, ਡਾਕਟਰ ਸਾਹਿਬ ਇੱਕ ਸਵਾਲ ਮੈਂ ਤੁਹਾਨੂੰ ਰੋਕ ਕੇ ਡਾਕਟਰ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ। ਜੋ ਸਿੱਖ ਵਿਦਵਾਨਾਂ ਦੀ ਰਾਏ ਲੈਣ ਦੀ ਗੱਲ ਹੈ, ਦੇਖੋ ਮੈਂ ਸਮਝਦਾ ਕਿ ਵਿਦਵਾਨਾਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਕੌਣ ਘੱਟ ਕੌਣ ਵੱਧ ਹੈਗੇ ਹੈ। ਤੁਸੀਂ ਸਤਿਕਾਰਤ ਮਹਿਮਾਨਾਂ ਦੇ ਉਹਨਾਂ ਦੀ ਜਿਹੜੀ ਸ਼੍ਰੇਣੀ 'ਚ ਤੁਹਾਨੂੰ ਬੁਲਾਇਆ ਗਿਆ ਕਦੇ ਵਿਚਾਰ ਚਰਚਾ ਕਰਨ ਲਈ? ਗੁਰਤੇਜ ਜੀ ਕਹਿੰਦੇ ਸਾਨੂੰ ਤਾਂ ਕਦੇ ਬੁਲਾਇਆ ਨਹੀਂ। ਨਹੀਂ ਜੀ, ਅਸੀਂ ਤਾਂ ਕਿਤੇ ਨੇੜੇ ਵੀ ਨਹੀਂ, ਸਾਡਾ ਤਾਂ ਲਿਸਟ ਜੀ ਕਿਤੇ ਨਾਂ ਨਹੀਂ, ਪਰ ਸਾਨੂੰ ਉਸ ਚੀਜ਼ ਦਾ ਨਹੀਂ ਕੋਈ ਹੈਗਾ। ਅਸੀਂ ਤਾਂ ਕਹਿੰਦੇ ਸੱਚੇ ਪਾਤਸ਼ਾਹ ਸਮੱਤ ਬਖਸ਼ੇ, ਇਹਨਾਂ ਨੂੰ ਮੋੜਾ ਪਾਵੇ। ਜਦੋਂ ਤੱਕ ਸਿੱਧੂ ਸਾਹਿਬ ਪੰਥ ਨਾਲੋਂ ਨਿੱਜ ਪਿਆਰਾ ਨਾ, ਉਦੋਂ ਤੱਕ ਹਾਲਾਤ ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਵੱਧ ਤੋਂ ਬੱਤਰ ਆਪਾਂ ਆਪ ਕੀਤੇ ਨੇ, ਕਿਸੇ ਨੇ ਨਹੀਂ ਕੀਤੇ। ਜਿਨ੍ਹਾਂ ਨੂੰ ਅੱਜ ਅਸੀਂ ਕਟਹਿਰੇ ਖੜਾ ਕਰਦੇ ਹਾਂ, ਲੋਕਾਂ ਨੂੰ ਡਿਸਗਾਈਜ਼ ਕਰਦੇ ਹਾਂ, ਅਸੀਂ ਤਾਂ ਉਹਨਾਂ ਦੇ ਸੰਗੀ ਸਾਥੀ ਸੀਗੇ। ਸਾਡਾ ਤਾਂ ਉਹਨਾਂ ਬਿਨਾ ਝੱਟ ਨਹੀਂ ਸੀ ਲੰਘਦਾ। ਸਾਡਾ ਤਾਂ ਉਹਨਾਂ ਦੇ ਨਾਲ ਅਜਿਹਾ ਰਿਸ਼ਤਾ ਸੀ ਵੀ ਕੋਈ ਤੋੜ ਹੀ ਨਹੀਂ ਸਕਦਾ। ਇੱਕ ਸਵਾਲ ਹੋਰ ਤੁਹਾਡੇ ਤੋਂ ਲੈਣਾ ਚਾਹਾਂਗਾ। ਅੱਜ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹ ਵੀ ਕੋਈ ਨਜ਼ਰ ਨਹੀਂ ਆਉਂਦਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਮੇਰੀ ਬਾਂਦੀ ਭਗਤ ਛੁਡਾਏ। ਬਾਂਦੇ ਭਗਤ ਨਾ ਛੂਟੇ ਮੋਹੇ, ਤੇ ਭਗਤ ਕਿੱਥੇ ਬੈਠੇ ਨੇ? ਸਾਡੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 10-11 ਸਾਲ ਤੋਂ ਪੈਂਡਿੰਗ ਨੇ। ਉਹ ਕਿਉਂ ਨਹੀਂ ਕਰਾਈਆਂ ਜਾ ਰਹੀਆਂ? ਕਿਉਂਕਿ ਹੱਥੋਂ ਗੱਦੀ ਨਾ ਚਲੀ ਜਾਏ। ਤੁਸੀਂ ਕੀ ਗੱਲਾਂ ਕਰਦੇ ਹੋ? ਗੱਲ ਸੁਣੋ, ਝੂਠ ਤੇ ਝੂਠ, ਝੂਠ ਦਾ ਪਲੰਦਾ ਉੱਪਰ ਤੇ ਉੱਪਰ ਭਾਰੀ ਕਰੀ ਜਾਂਦੇ ਹੋ ਭਾਈ। ਸਾਨੂੰ ਬੜਾ ਦੁੱਖ ਹੈ, ਬੜੇ ਦਰਦ ਨਾਲ ਅਸੀਂ ਗੱਲਾਂ ਕਰਦੇ ਹਾਂ। ਅਸੀਂ ਕੋਈ ਤਮਾਸ਼ਬੀ ਨਹੀਂ ਆ, ਜਾਂ ਅਸੀਂ ਕੋਈ ਕਿਸੇ ਤੋਂ ਖੋ ਕੇ ਆਪਣੇ ਲਈ ਨਹੀਂ ਕੁਝ ਮੰਗਦੇ। ਸੁਧਰੋ, ਇਸ ਚੀਜ਼ ਤੋਂ ਮੋੜਾ ਪਾਓ। ਡਾਕਟਰ ਸਾਹਿਬ ਇੱਕ ਸਵਾਲ ਮੈਂ ਲੈਣਾ ਚਾਹਾਂਗਾ ਤੁਹਾਡੇ ਤੋਂ, ਤੇ ਲੋਕੀ ਗੱਲਾਂ ਨਹੀਂ ਕਰਨਗੇ। ਡਾਕਟਰ ਸਾਹਿਬ ਜੀ ਸਿੱਧੂ ਸਾਹਿਬ, ਮੈਂ ਇੱਕ ਸਵਾਲ ਸੰਖੇਪ ਦੇ ਵਿੱਚ ਲੈਣਾ ਚਾਹਾਂਗਾ। ਤੁਸੀਂ ਗੱਲ ਕੀਤੀ ਹੈ ਨਿੱਜੀ ਹਿੱਤਾਂ ਨੂੰ ਲੈ ਕੇ। ਦੇਖੋ ਸਿੱਧਾ ਜਿਹਾ ਸਵਾਲ ਹੈ, ਜਿਹੜੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਬਾਦਲ, ਉਹਨਾਂ ਦੇ ਉੱਤੇ ਲੈ ਕੇ ਵੀ ਇੱਕ ਵੱਡਾ ਸਵਾਲ ਉੱਠ ਰਿਹਾ ਕਿ ਅਕਾਲੀ ਦਲ ਦੀ ਪ੍ਰਧਾਨਗੀ ਛੱਡੋ, ਕੋਈ ਹੋਰ ਇੱਦਾਂ ਦਾ ਪ੍ਰਧਾਨ ਜਾਂ ਸਹਿਮਤੀ ਵਾਲੇ ਆਗੂ ਅੱਗੇ ਲਿਆਂਦੇ ਜਾਣ। ਜਿਹੜੀ ਗੱਲ ਇਹ ਉੱਠ ਰਹੀ ਹੈ ਇਸ ਵੇਲੇ ਕਿ ਸਹਿਮਤੀ ਬਣਾਉਣ ਦੀ ਗੱਲ ਹੈ, ਪੰਥ ਖੇਤਾਂ ਦੀ ਗੱਲ ਹੈ, ਧਰਮ ਪਰਿਵਰਤਨ, ਬਹੁਤ ਸਾਰੀਆਂ ਗੱਲਾਂ ਅੱਗੇ ਜੁੜਦੀਆਂ ਇਹਨਾਂ ਸਾਰੇ ਮਾਮਲਿਆਂ ਨਾਲ। ਪਰ ਸੁਖਬੀਰ ਸਿੰਘ ਬਾਦਲ ਨਹੀਂ ਕਹਿੰਦੇ ਕਿ ਨਹੀਂ ਪ੍ਰਧਾਨਗੀ ਤਾਂ ਮੇਰੇ ਕੋਲ ਹੀ ਰਹੇਗੀ। ਫਿਰ ਤੁਸੀਂ ਡਾਕਟਰ ਸਾਹਿਬ ਕਿਸੇ ਨਿੱਜਵਾਦ ਤੋਂ ਪਾਸੇ ਹੋਣ ਦੀ ਗੱਲ ਕਰਦੇ ਹੋ। ਨਿੱਜਵਾਦ ਵਾਲੀ ਗੱਲ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ। ਮੈਂ ਹੈਰਾਨੀ ਦੀ ਕੋਈ ਹੱਦ ਨਹੀਂ ਬਈ। ਜਿਹੜੇ ਗੁਰੂ ਘਰ ਦੇ ਅਸੀਂ ਕਹਿੰਦੇ ਆ ਸੇਵਕ ਆ, ਜਿਸ ਨੂੰ ਅਸੀਂ ਮੰਨਦੇ ਆ, ਜੋ ਸਾਡਾ ਅਕੀਦਾ, ਉਹਨਾਂ ਨੇ ਤਾਂ ਪਾਤਸ਼ਾਹੀਆਂ, ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਵੱਲ ਨੂੰ ਮੂੰਹ ਕਰੋ, ਗੁਰੂ ਮਹਾਰਾਜ ਪਾਤਸ਼ਾਹੀਆਂ ਬਖਸ਼ਦਾ ਹੈ। ਤੇ ਅਸੀਂ ਕਹਿੰਦੇ ਕਿ ਅਸੀਂ ਕੁਰਸੀ ਦੀ ਲੱਤ ਫੜ ਕੇ ਚਿੰਬੜ ਕੇ ਬਹਿਣੇ। ਕਿਸੇ ਚੀਜ਼ ਦੀ ਕੁਛ ਸੱਚਾਈ ਹੈ ਜੀ? ਕੋਈ ਤਾਂ ਦੱਸੋ ਕਿ ਜਿਹੜਾ ਤੁਹਾਡੇ ਅੰਦਰ ਕੋਈ ਚੀਜ਼ ਬੰਦਾ ਕਵੇ ਨਹੀਂ ਆਹ ਠੀਕ ਹੈ, ਆਹ ਠੀਕ ਨਹੀਂ। ਹੁਣ ਤੁਸੀਂ ਆਪ ਹੀ ਕਿਹਾ ਹੈ ਕਿ ਉਹ ਕਹਿੰਦੇ ਮੈਂ ਨਾ ਮੰਨੂ, ਮੈਨੂੰ ਨਹੀਂ ਕੋਈ ਹਿਲਾ ਸਕਦਾ। ਖੈਰ ਅਸੀਂ ਕੋਈ ਉਹਦੇ ਵਿੱਚ ਨਹੀਂ ਹੈਗੇ, ਹਿੱਸੇਦਾਰ ਨਹੀਂ ਬਣਨਾ ਚਾਹੁੰਦੇ, ਨਾ ਕੋਈ ਕਦੇ ਇਹ ਜਿਹਾ ਸੋਚਿਆ ਹੈ, ਨਾ ਜ਼ਰੂਰਤ ਹੈ। ਲੇਕਿਨ ਇਹ ਹੈ ਕਿ ਜਿਹੜੀ ਬਿਮਾਰੀ ਦੀ ਜੜ ਹੈ ਉਹਨੂੰ ਤਾਂ ਆਪਾਂ ਛੇੜਦੇ ਨੇ, ਦੂਜੇ ਪਾਸੇ ਕਟਾਪਟੀ ਕਰੀ ਜਾਂਦੇ ਆ। ਅਸੀਂ ਦਵਾਈ ਉਹ ਲੈ ਰਹੇ ਜਿਹਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਟੱਚ ਹੋਣਾ ਹੈ ਉਹ ਅਸੀਂ ਇਲਾਜ ਕਰਾਉਣ ਨੂੰ ਤਿਆਰ ਨਹੀਂ, ਉਸ ਡਾਕਟਰ ਕੋਲ ਜਾਣ ਨੂੰ ਤਿਆਰ ਨਹੀਂ। ਮਿਹਰਬਾਨੀ, ਕਹਿੰਦੇ ਅਸੀਂ ਆਪੇ ਕਰ ਲਾਂਗੇ, ਉਹ ਸਾਡੇ ਹੱਥ ਚ ਇਲਾਜ ਹੈ। ਦੱਸੋ ਇਹਦਾ ਇਲਾਜ ਕੀ ਹੈ ਜੀ? ਥੈਂਕ ਯੂ ਡਾਕਟਰ ਸਾਹਿਬ, ਕਰਨ ਵਾਲੀ ਮਿਹਰਬਾਨੀ। ਪੀਰ ਮਾਮਾ ਜੀ, ਡਾਕਟਰ ਸੋਤਾ ਦਾ ਕਹਿਣਾ ਹੈ ਕਿ ਜਿਹੜੀ ਦਵਾਈ ਲੈਣੀ ਚਾਹੀਦੀ ਹੈ, ਜਿਹਦਾ ਇਲਾਜ ਹੈ, ਉਸ ਪਾਸੇ ਦਾ ਆਪਾਂ ਜਾ ਨਹੀਂ ਰਹੇ, ਹੋਰ ਇੱਧਰ ਉੱਧਰ ਕਟਾਵਟੀ ਕਰ ਰਹੇ ਹਾਂ। ਸਿੱਧੀ ਜੀ ਗੱਲ ਹੈਗੀ ਹੈ ਕਿ ਇਸ ਵੇਲੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਦੇਖੋ ਉਹਦੇ 'ਤੇ ਸਵਾਲ ਤਾਂ ਉੱਠ ਹੀ ਰਹੇ ਹੈ। ਤੁਸੀਂ ਆਪ ਵੀ ਮੰਨਦੇ ਹੋ, ਅੰਦਰੋਂ ਵੀ ਹੈ, ਬਾਹਰੋਂ ਵੀ ਹੈ। ਸਵਾਲ ਹੈ ਕਿ ਤੇ ਸਹਿਮਤੀ ਤਾਂ ਬਣਾਉਣੀ ਪਏਗੀ ਨਾ। ਜਿਹੜੀ ਗੁਰਤੇਜ ਜੀ ਨੇ ਵੀ ਗੱਲ ਕਹੀ ਹੈ ਕਿ ਆਖਰਕਾਰ ਕੋਈ ਨਾ ਕੋਈ ਤਬਦੀਲੀ ਜਾਂ ਕੋਈ ਨਾ ਕੋਈ ਭਰੋਸੇਯੋਗਤਾ ਦਾ ਮਾਮਲਾ ਤਾਂ ਤੈਅ ਕਰਨਾ ਹੀ ਪਏਗਾ। ਗੱਲਾਂ ਨਾਲ ਤਾਂ ਗੱਲ ਅੱਗੇ ਚੱਲਣੀ ਨਹੀਂ। ਜੀ ਪੀਰ ਮੁਹੰਮਦ ਜੀ, ਜਿਹੜੇ ਸਵਾਲ ਉੱਠ ਰਹੇ ਆ, ਦੇਖੋ ਨਾ ਤਾਂ ਡਾਕਟਰ ਸੋਤਾ ਕਿਸੇ ਪੋਲੀਟੀਕਲ ਪਾਰਟੀ 'ਚ ਨੇ, ਨਾ ਗੁਰਤੇਜ ਜੀ ਕਿਸੇ ਪੋਲੀਟੀਕਲ ਪਾਰਟੀ ਦੀ ਨੁਮਾਇੰਦਗੀ ਕਰਦੇ ਆ। ਆਪਾਂ ਪੰਥਕ ਮੁੱਦਿਆਂ ਤੇ ਗੱਲ ਕਰਦੇ ਹਾਂ, ਇਸੇ ਕਰਕੇ ਮੈਂ ਖੁੱਲ੍ਹ ਕੇ ਜਵਾਬ ਤੁਹਾਡੇ ਤੋਂ ਮੰਗ ਰਿਹਾ ਇਸ ਮੁੱਦੇ ਤੇ। ਨਹੀਂ ਦੇਖੋ ਸਿੱਧੂ ਸਾਹਿਬ, ਗੱਲ ਇਹ ਆ
ਜੋ ਬੀਤੇ ਦੇ ਵਿੱਚ ਵਾਪਰਿਆ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਮੈਂ ਨਹੀਂ ਜ਼ਿੰਮੇਵਾਰੀ ਸਮਝਦਾ। ਉਹਦੇ ਲਈ ਕਲੈਕਟਿਵ, ਮੈਂ ਪਿਛਲੀ ਡਿਬੇਟ ਦੇ ਵਿੱਚ ਵੀ ਗੱਲ ਕਹੀ ਸੀ ਕਿ ਇੱਕ ਸਾਂਝੀ ਜ਼ਿੰਮੇਵਾਰੀ ਹੈ, ਔਰ ਉਸ ਜ਼ਿੰਮੇਵਾਰੀ ਦੇ ਵਿੱਚ ਸਾਰੇ ਬੰਦੇ ਆ ਚੁੱਕੇ ਨੇ ਔਰ ਉਹ ਖੁੱਲੇ ਮਨ ਦੇ ਨਾਲ ਇਸ ਗੱਲ ਨੂੰ ਸਵੀਕਾਰ ਕਰ ਰਹੇ ਆ। ਜਿੱਥੋਂ ਤੱਕ ਸਰਦਾਰ ਗੁਰਤੇਜ ਸਿੰਘ ਤੇ ਬੀਬੀ ਸੋਤਾ ਜੀ ਕਹਿ ਰਹੇ ਆ ਕਿ ਨਜ਼ਰ ਨਹੀਂ ਆਉਂਦਾ, ਹੁਣ ਤੁਸੀਂ ਦੇਖੋ ਜਿਹੜਾ ਇੰਨੇ ਲੰਮੇ ਸਮੇਂ ਦਾ ਜੋ ਘਟਨਾਕ੍ਰਮ ਵਾਪਰਿਆ ਬੀਤੇ ਦੇ ਵਿੱਚ, ਉਹਨੂੰ ਹੁਣ ਠੀਕ ਕਰਨ ਤੇ ਕੁਝ ਟਾਈਮ ਤਾਂ ਲੱਗੇਗਾ ਨਾ ਜੀ। ਉਸ ਦੇ ਲਈ ਲਗਾਤਾਰ ਇਹ ਨਹੀਂਗਾ ਕਿ ਇੱਥੇ ਟੀਵੀ ਡਿਬੇਟ ਦੇ ਆ ਕੇ ਤੇ ਪੱਲਾ ਝਾੜ ਜਾਈਦਾ, ਉਹਦੇ ਲਈ ਵਰਕ ਹੋ ਰਿਹਾ ਹੈ ਔਰ ਵਰਕ ਨਜ਼ਰ ਆਵੇਗਾ, ਬਹੁਤ ਕੁਝ ਉਹਦੇ 'ਚ ਤਬਦੀਲੀ ਹੋਵੇਗੀ। ਜਿੱਥੋਂ ਤੱਕ ਦੇਖੋ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਖਿਲਾਫ ਪੈਦਾ ਹੋਇਆ, ਉਹ ਲੀਡਰਸ਼ਿਪ ਦੇ ਕੰਨਾਂ ਤੱਕ ਗੱਲ ਪਹੁੰਚਾਈਏ ਔਰ ਖੁੱਲੀਆਂ ਡਿਬੇਟਾਂ ਦੇ ਵਿੱਚ ਵੀ ਇਹ ਗੱਲ ਕਹੀਏ ਕਿ ਉਹਦੇ ਵਿੱਚ ਤੁਸੀਂ ਇੱਕ ਕੋਈ ਕ੍ਰਾਈਟੇਰੀਆ ਤਾਂ ਤੁਹਾਨੂੰ ਬਣਾਉਣਾ ਪਵੇਗਾ ਕਿ ਉਹਦੇ 'ਚ ਆਮ ਲੋਕ ਜਿਹੜੇ ਆਮ ਘਰਾਂ ਤੋਂ, ਜਿਨ੍ਹਾਂ ਦੇ ਕੋਈ ਫਾਦਰ ਜਾਂ ਕਿਸੇ ਦਾ ਗ੍ਰੈਂਡਫਾਦਰ ਜਾਂ ਕਿਸੇ ਦਾ ਕੋਈ ਚਾਚਾ ਜਾਂ ਕਿਸੇ ਦਾ ਤਾਇਆ ਉਹ ਲੀਡਰ ਹੈ ਤੇ ਉਹੀ ਗੱਲ ਲੀਡਰ ਬਣੇਗਾ। ਨਹੀਂ, ਆਮ ਲੋਕ ਜਿਵੇਂ ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚੋਂ ਆ ਕੇ ਇੱਕ ਪਹਿਲਾਂ ਫੈਡਰੇਸ਼ਨ ਦੇ ਵਿੱਚ ਸੇਵਾ ਕੀਤੀ ਔਰ ਉਸ ਤੋਂ ਬਾਅਦ ਜਦੋਂ ਇੱਕ ਚਾਹੁੰਦੇ ਸੀ ਕਿ ਸਾਨੂੰ ਇੱਕ ਪੰਥਕ ਪਲੇਟਫਾਰਮ ਮਿਲੇ, ਪੰਥਕ ਪਲੇਟਫਾਰਮ ਦੇ ਉੱਤੇ ਅਸੀਂ ਸਾਰਿਆਂ ਦੇ ਨਾਲ ਵਾਚ ਕੇ ਵੇਖਿਆ। ਦੇਖੋ ਇਹਨਾਂ ਦੇ ਵਿੱਚੋਂ ਬਾਹਰ ਆਏ ਸੀ ਸਰਦਾਰ ਸੁਖਦੇਵ ਸਿੰਘ ਢੀਂਡਸਾ। ਮੈਂ ਢੀਂਡਸਾ ਸਾਹਿਬ ਦੇ ਨਾਲ ਸਭ ਤੋਂ ਉਹਨਾਂ ਦੇ ਜੋ ਚੀਫ ਸਪੋਕਸਪਰਸਨ ਦੇ ਤੌਰ ਤੇ ਉਹਨਾਂ ਦੇ ਨਾਲ ਕੰਮ ਕਰ ਰਿਹਾ ਸੀ। ਤਾਂ ਜਿਸ ਵਕਤ ਜਿਹੜਾ ਗੱਠਜੋੜ ਹੋਣ ਦੀ ਗੱਲ ਆਈ ਚੋਣਾਂ ਦੇ ਵਿੱਚ, ਪਹਿਲਾਂ ਤਾਂ ਕੇਜਰੀਵਾਲ ਸਾਹਿਬ ਨਾਲ ਗੱਲ ਚੱਲਦੀ ਪਈ ਸੀ, ਉਹ ਨਹੀਂ ਗੱਲ ਕਿਸੇ ਬੰਨੇ ਲੱਗੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੀਜੇਪੀ ਨਾਲ, ਮੇਰੀ ਗੱਲ ਸੁਣ ਲਿਓ, ਬੀਜੇਪੀ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੈਂ ਢੀਂਡਸਾ ਸਾਹਿਬ ਨੂੰ ਕਿਹਾ ਕਿ ਮੈਂ ਕਿਸ ਸ਼ਰਤ ਦੇ ਉੱਤੇ ਤੁਸੀਂ ਬੀਜੇਪੀ ਨਾਲ ਜਾਣਾ ਚਾਹੁੰਦੇ ਹੋ? ਉਹ ਕਹਿੰਦੇ ਜੀ ਸ਼ਰਤ ਤਾਂ ਉਹ ਕੋਈ ਨਹੀਂ ਮੰਨਦੇ, ਆਪਾਂ ਨੂੰ ਤਾਂ ਉਹਨਾਂ ਦੀ ਸਪੋਰਟ ਕਰਨੀ ਪਏਗੀ, ਆਪਣੇ ਕੋਲ ਹੋਰ ਕੋਈ ਚਾਰਾ ਨਹੀਂਗਾ। ਔਰ ਉਸ ਵਕਤ ਉਹਨਾਂ ਨੂੰ ਮੈਂ ਇੱਕੋ ਗੱਲ ਕਹੀ ਕਿ ਤੁਸੀਂ ਦੇਖੋ, ਤੁਸੀਂ ਬਾਹਰ ਆਏ ਸੀ ਕਿ ਅਸੀਂ ਇੱਕ ਵੱਖਰੀ ਰਵਾਇਤ, ਇੱਕ ਪੰਥਕ ਸੋਚ ਨੂੰ ਲੈ ਕੇ ਅੱਗੇ ਵਧਣਾ। ਜੇ ਤੁਸੀਂ ਉਹ ਕੁਝ ਹੀ ਕਰਨਾ ਤੇ ਫਿਰ ਉਹਨਾਂ ਨਾਲੋਂ ਤੁਸੀਂ ਕਿਵੇਂ ਚੰਗੇ ਹੋਗੇ? ਜੀ ਮਾਮਾ ਜੀ, ਤੁਸੀਂ ਜਵਾਬ ਜ਼ਰੂਰ ਦਿਓ। ਇੱਕ ਮੇਰੀ ਗੱਲ ਸੁਣੋ, ਜਿਹੜਾ ਗੁਰਤੇਜ ਜੀ, ਮੈਂ ਥੋੜਾ ਵਾਧੇ ਕਰਨਾ ਚਾਹੁੰਦਾ, ਜਵਾਬ ਉਸ ਗੱਲ ਦਾ ਨਾਲ ਹੀ ਸ਼ਾਮਲ ਕਰ ਲਿਓ। ਗੁਰਤੇਜ ਜੀ ਇਹੀ ਗੱਲ ਤਾਂ ਕਹਿ ਰਿਹਾ ਕਿ ਭਾਜਪਾ ਨੂੰ ਇਹ ਸਵਾਦ ਪੰਥਕ ਸਭਾ 'ਚ ਘੁਸਣ ਦਾ ਕਿਹਨੇ ਪਾਇਆ? ਮਾਮਲਾ ਤਾਂ ਇੱਥੇ ਆ ਕੇ ਘਟਦਾ ਹੈ। ਜੇ ਢੀਂਡਸਾ ਸਾਹਿਬ ਕਹਿ ਰਹੇ ਹੈ ਇਹ ਗੱਲ ਬਣੀ ਕਿਉਂ? ਇਹ ਜਿਹੜੇ ਨੁਕਤਾਚੀਨੀ ਕਰਦੇ ਆ ਜਿਹੜੇ ਅਕਾਲੀ ਲੀਡਰਸ਼ਿਪ ਦੀ ਮੈਂ ਗੱਲ ਕਰਦਾ, ਜਿਹੜੇ ਉਹਦੇ ਵਿੱਚੋਂ ਬਾਹਰ ਨੇ, ਇਹ ਸਾਰੇ ਸਭ ਤੋਂ ਅੱਗੇ ਸਾਨੂੰ ਉਹਨਾਂ ਗੱਲਾਂ ਦੇ ਵਿੱਚ ਅੱਜ ਵੀ ਅੱਗੇ ਨੇ। ਅੱਜ ਵੀ ਉਹ ਇਹ ਗੱਲ ਕਹਿੰਦੇ ਆ ਕਿ ਤੁਸੀਂ ਦੇਖੋ ਅੱਜ ਕੀ ਹੈ। ਦੇਖੋ ਮੈਂ ਤਾਂ ਇੱਕੋ ਗੱਲ ਦੇ ਉੱਤੇ ਗੱਲ ਕਹਿ ਰਿਹਾ ਕਿ ਪੰਥਕ ਜਥੇਬੰਦੀਆਂ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ, ਮੰਨਦੇ ਆ ਗੱਲ, ਲੇਕਿਨ ਉਹ ਗੱਲ ਕਾਂਗਰਸ ਤੇ ਬੀਜੇਪੀ ਕਵੇ, ਉਹ ਕਿਉਂ ਕਵੇ ਭਲਾ? ਚਲੋ ਬਿਲਕੁਲ ਵੀਰ ਮਾਮਾ ਜੀ, ਬਿਲਕੁਲ ਤੁਹਾਡੀ ਗੱਲ, ਦੇਖੋ ਤੁਹਾਡੀ ਗੱਲ ਸਹੀ ਹੈ। ਅੱਜ ਆਪਣੇ ਪੈਨਲ ਦੇ ਵਿੱਚ ਮੈਂ ਇਸੇ ਕਰਕੇ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ, ਤੁਹਾਨੂੰ ਤਾਂ ਹੈ ਹੀ ਹੈ, ਤੁਹਾਡੇ ਧਿਆਨ 'ਚ ਲਿਆਉਣ ਵਾਲੀ ਗੱਲ ਹੀ ਹੈ ਕੇਵਲ। ਦੇਖੋ ਆਪਾਂ ਬਹਿਸ ਦੇ ਵਿੱਚ ਇਹ ਨਹੀਂ ਕਿ ਆਪਾਂ ਅਚਾਨਕ ਇਕੱਠੇ ਹੋਏ ਹਾਂ। ਮੈਂ ਬਹਿਸ 'ਚ ਪੰਥਕ ਮੁੱਦਿਆਂ 'ਤੇ ਗੱਲ ਕਰਨ ਦੇ ਲਈ ਗੁਰਤੇਜ ਜੀ ਨੂੰ ਬੇਨਤੀ ਕੀਤੀ ਹੈ, ਡਾਕਟਰ ਸੋਤਾ ਨੂੰ ਬੇਨਤੀ ਕੀਤੀ, ਤੁਹਾਨੂੰ ਬੇਨਤੀ ਕੀਤੀ, ਇੱਕ ਅੱਧ ਹੋਰ ਸੱਜਣ ਨੂੰ ਬੇਨਤੀ ਕੀਤੀ ਸੀ, ਨਹੀਂ ਆ ਸਕੇ। ਆਪਾਂ ਜਿਸ ਮੁੱਦੇ 'ਤੇ ਆਪਾਂ ਇਸੇ ਕਰਕੇ ਪੋਲੀਟੀਕਲ ਪਾਰਟੀਆਂ ਚਾਹੇ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਹੈ, ਆਪ ਹੈ, ਭਾਜਪਾ, ਦੇਖੋ ਕੋਈ ਨੁਮਾਇੰਦਾ ਨਹੀਂ ਹੈ। ਇਹ ਜਿਹੜੀ ਸਵਾਲ ਉੱਠ ਰਹੇ ਆ ਸਿਰਫ ਪੰਥਕ ਧਿਰਾਂ ਵੱਲੋਂ ਹੀ ਸਵਾਲ ਉਠਾਏ ਜਾ ਰਹੇ ਆ। ਮੈਂ ਅੱਗੇ ਉਹਨਾਂ ਤੁਹਾਡੇ ਵੱਲ ਜਿਹੜਾ ਆਪਾਂ ਗੁਰਤੇਜ ਜੀ ਤੋਂ ਜਵਾਬ ਲੈ ਲਈਏ ਇਸ ਮੁੱਦੇ 'ਤੇ। ਗੁਰਤੇਜ ਜੀ, ਜਿਹੜਾ ਵੱਡਾ ਸਵਾਲ ਇਸ ਗੱਲ 'ਤੇ ਉੱਠ ਰਿਹਾ, ਉਹ ਕਹਿੰਦੇ ਵੀ ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਕੇ ਵੀ ਗਏ ਹੈ, ਉਹ ਉਹਨਾਂ ਨੇ ਜਾ ਕੇ ਫਿਰ ਭਾਜਪਾ ਦਾ ਹੀ ਪੱਲਾ ਫੜ ਲਿਆ। ਇਸ ਕਰਕੇ ਅਸੀਂ ਤਾਂ ਕਿਸੇ ਸਟੈਂਡ ਦੇ ਉੱਤੇ ਖੜਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਮਾਹੌਲ ਹੌਲੀ ਹੌਲੀ ਕਹਿੰਦੇ ਉਸ ਪਾਸੇ ਵੱਲ ਨੂੰ ਵੱਧ ਰਹੇ ਹਾਂ। ਅਸੀਂ ਤਬਦੀਲੀਆਂ ਦੇ ਦੌਰ ਵੱਲ ਨੂੰ ਜਾ ਰਹੇ ਹਾਂ, ਸਾਨੂੰ ਮੌਕਾ ਮਿਲਣਾ ਚਾਹੀਦਾ, ਅਸੀਂ ਕਰ ਰਹੇ ਹਾਂ ਉਸ ਪਾਸੇ ਵੱਲ ਨੂੰ। ਨਹੀਂ ਜੀ, ਮੌਕਾ ਤਾਂ ਇਹਨਾਂ ਨੂੰ ਬਥੇਰੇ ਮਿਲੇ ਨੇ ਔਰ ਬਹੁਤ ਮੌਕੇ ਆਏ ਸੀ ਜਿੱਥੇ ਇਹ ਆਪਣੇ ਆਪ ਨੂੰ ਸੰਭਾਲ ਸਕਦੇ ਸੀ। ਕਿਹੜੀ ਲੋੜ ਸੀ ਇਹਨਾਂ ਨੂੰ ਡੀਜੀਪੀ ਇੱਕ ਖਾਸ ਆਦਮੀ ਨੂੰ ਬਣਾਉਣ ਦੀ? ਇੱਥੇ ਸੈਂਕੜੇ ਸਨ ਹੋਰ ਜਿਹੜੇ ਬਣ ਸਕਦੇ ਸਨ। ਗੱਲ ਇਹ ਨਹੀਂ ਹੈਗੀ। ਹੁਣ ਇਹ ਕਹਿੰਦੇ ਹਨ ਕਿ ਜੀ ਫਲਾਨਾ ਜਾਊਗਾ, ਇਸ ਕਰਕੇ ਅਸੀਂ ਹੌਲੀ ਹੌਲੀ ਕਰ ਰਹੇ ਹਾਂ। ਤੁਸੀਂ ਕੁਝ ਕਰਦੇ ਨਜ਼ਰ ਨਹੀਂ ਆਉਂਦੇ, ਬਿਲਕੁਲ ਹੀ ਨਜ਼ਰ ਨਹੀਂ ਆਉਂਦੇ ਤੁਸੀਂ ਕੁਝ ਵੀ ਤੁਹਾਡਾ। ਅੱਛਾ, ਫਿਰ ਹੁਣ ਕਹਿੰਦੇ ਆ ਜੀ ਕਿ ਇਹ ਕਿਸੇ ਇੱਕ ਆਦਮੀ ਦੀ ਜ਼ਿੰਮੇਵਾਰੀ ਨਹੀਂ, ਤਾਂ ਜਿਹੜੇ ਸਾਰੇ ਆਦਮੀ ਦੀ ਜ਼ਿੰਮੇਵਾਰੀਆਂ ਹਨਗੀਆਂ ਉਹ ਸਾਰੇ ਕਿਉਂ ਨਹੀਂ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਹੈ, ਅਸੀਂ ਬਹੁਤ ਮਾੜੀ ਜਗ੍ਹਾ ਦੇ ਉੱਤੇ ਪੰਥ ਨੂੰ ਲੈ ਆਏ
ਜਿਸ ਵੇਲੇ ਸਾਡੇ ਕੋਲ ਸੀ ਉਸ ਵੇਲੇ ਬੜੀ ਚੜ੍ਹਦੀ ਕਲਾ ਦੇ ਵਿੱਚ ਆਇਆ ਸੀ ਸਾਡੇ ਕੋਲੇ, ਲੇਕਿਨ ਅਸੀਂ ਇਸ ਪਾਵੇ ਨੂੰ ਪਹੁੰਚਾ ਦਿੱਤਾ ਪੰਥ ਨੂੰ। ਅਸੀਂ ਸਾਰੇ ਦੇ ਸਾਰੇ ਜ਼ਿੰਮੇਵਾਰ ਹਾਂ, ਅਸੀਂ ਸਾਰੇ ਜਾਂਦੇ ਹਾਂ ਤੇ ਨਵੀਂ ਚ ਭਰਤੀ ਕਰ ਲਓ, ਨਵੀਂ ਚੋਣ ਕਰ ਲਓ, ਕਿਉਂ ਨਹੀਂ ਕਹਿੰਦੇ ਇਹ? ਦੂਸਰੇ ਲੋਕ ਵੀ ਤਾਂ ਕਰਦੇ ਆ ਨਾ, ਇਹ ਤਾਂ ਕਹਿੰਦੇ ਆ ਸਾਡੇ ਕੋਲ ਲੀਡਰ ਹੀ ਕੋਈ ਨਹੀਂ ਹੁੰਦਾ ਸਾਡੇ ਤੋਂ ਬਿਨਾਂ। ਦੂਸਰੇ ਲੋਕਾਂ ਕੋਲੇ ਲੀਡਰ ਦੇਖੋ ਐਵੇਂ ਹੀ ਨਿਕਲੇ ਆਉਂਦੇ ਨੇ, ਉਹ ਜਿਹਨੂੰ ਹੱਥ ਲਾਉਂਦੇ ਲੀਡਰ ਬਣ ਜਾਂਦਾ ਹੈ। ਇਹਨਾਂ ਨੂੰ ਕੀ ਤਕਲੀਫ ਹੈ? ਇਹਨਾਂ ਦੇ ਕੋਲੇ ਅਕਾਲੀ ਦਲ ਦਾ ਵਿਰਸਾ ਹੈਗਾ, ਉਹਦੇ ਵਿੱਚ ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਭਰਤੀ ਹੋਵੇ, ਉਹਦੇ ਚੋਣਾਂ ਹੋਣ, ਉਹ ਲੀਡਰ ਨਿਕਲੇ ਹੋਣਗੇ। ਜ਼ਰੂਰੀ ਤਾਂ ਨਹੀਂ ਵੀ ਇਹਨਾਂ ਤੋਂ ਬਿਨਾਂ ਹੁਣ ਜੇ ਫਰਜ਼ ਕਰੋ ਰੱਬ ਨਾ ਕਰੇ ਵੀ ਕੋਈ ਲੀਡਰਸ਼ਿਪ ਦੇਣ ਜੋਗਾ ਨਾ ਰਹੇ ਤਾਂ ਫਿਰ ਕੀ ਕਰੇਗਾ ਇਹਨਾਂ ਦਾ ਦਲ? ਕਿਸ ਤਰ੍ਹਾਂ ਨਾਲ ਇਹ ਆਪਣੇ ਆਪਾਂ ਇੱਕ ਜਵਾਬ ਡਾਕਟਰ ਸੋਤਾ ਕੋਲੇ ਫਿਰ ਆਪਾਂ ਸਵਾਲ ਲੈਣੇ ਆ। ਬਿਲਕੁਲ ਗੁਰਤੇਜ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਇਸ ਮਾਮਲੇ ਦੇ ਪੀਰ ਮੁਹੰਮਦ ਜੀ, ਉਹ ਕਹਿੰਦੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜਾ ਡਾਕਟਰ ਸੋਤਾ ਨੇ ਵੀ ਸਵਾਲ ਉਠਾਇਆ, ਨਿਜਵਾਦ ਦੀ ਗੱਲ ਕੀਤੀ ਹੈ। ਦੇਖੋ ਉਹ ਕਹਿੰਦੇ ਦਹਾਕਿਆਂ ਤੋਂ ਜਿਹੜਾ ਹੈਗਾ ਅਕਾਲੀ ਦਲ ਦੀ ਜਿਹੜੀ ਅਗਵਾਈ ਆ ਬਾਦਲ ਪਰਿਵਾਰ ਹੀ ਕਰਦਾ ਆ ਰਿਹਾ। ਇਹ ਨਿਜਵਾਦ ਨਾਲ ਜੋੜ ਕੇ ਵੀ ਦੇਖੋ ਨੁਕਤਾਚੀਨੀ, ਤੁਸੀਂ ਕਹਿੰਦੇ ਕਿ ਨੁਕਤਾਚੀਨੀ ਹੁੰਦੀ ਹੈ, ਪਰ ਨੁਕਤਾਚੀਨੀ ਦਾ ਵੱਡਾ ਪਹਿਲੂ ਇਹ ਹੈ, ਜਿੱਦਾਂ ਗੁਰਤੇਜ ਜੀ ਕਹਿ ਰਹੇ ਕਿ ਹੋਰ ਕਿਉਂ ਨਹੀਂ ਅੱਗੇ ਆ ਸਕਦੇ ਕੋਈ, ਕਿਉਂ ਇੱਕ ਪਰਿਵਾਰ ਦੇ ਹੱਥ 'ਚ ਅਗਵਾਈ ਹੈ। ਇਹ ਵੀ ਨੁਕਤਾਚੀਨੀ ਦਾ ਵੱਡਾ ਮੁੱਦਾ ਜਿਹੜਾ ਪੀਰ ਮੁਹੰਮਦ ਜੀ ਬਣਿਆ ਹੋਇਆ ਇਸ ਵੇਲੇ। ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਸਰਦਾਰ ਗੁਰਤੇਜ ਸਿੰਘ ਜੀ ਨੇ ਗੱਲ ਕਹੀ ਹੈ ਨਾ ਕਿ ਇੱਕ ਥੱਲੇ ਤੋਂ ਲੈ ਕੇ ਉੱਪਰ ਤੱਕ ਇਸ ਦੇ ਵਿੱਚ ਸਭ ਤਬਦੀਲੀ ਦੀ ਲੋੜ ਹੈ, ਉਹੋ ਹੀ ਸਭ ਤੋਂ ਮੇਨ ਗੱਲ ਜਿਹੜੀ ਮੈਂ ਵਾਰ-ਵਾਰ ਕਹਿ ਰਿਹਾ, ਉਹਦੇ ਤੇ ਹੀ ਵਰਕ ਹੋ ਰਿਹਾ। ਹੁਣ ਕੀ ਹੋ ਰਿਹਾ ਕਿ ਸਰਕਲ ਪੱਧਰ ਤੋਂ ਲੈ ਕੇ ਉੱਪਰ ਤੱਕ ਸਾਰਾ ਕੁਝ ਇਹਦੇ ਵਿੱਚ ਇਲੈਕਸ਼ਨ ਵੀ ਹੋਏਗੀ, ਚੋਣ ਵੀ ਹੋਵੇਗੀ, ਡੈਮੋਕ੍ਰੈਟਿਕ ਢੰਗ ਤਰੀਕੇ ਵੀ ਵਰਤੇ ਜਾਣਗੇ, ਔਰ ਜਿਹੜੀਆਂ ਜਿਸ ਪੱਧਰ ਦੇ ਉੱਤੇ ਤਬਦੀਲੀਆਂ ਦੀ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹਦੇ ਨਾਲ ਸਿੰਘ ਹੈ, ਜਿਹਦੇ ਨਾਮ ਨਾਲ ਕੌਰ ਹੈ, ਉਹ ਸਿੱਖੀ ਸਰੂਪ ਸਿੱਖੀ ਸਿਧਾਂਤ ਦੇ ਵਿੱਚ ਪਰਨਾਇਆ ਹੋਵੇ। ਇਹ ਸਭ ਤੋਂ ਵੱਡਾ ਮੇਨ ਉਹਦੇ ਵਿੱਚ ਗੱਲ ਰੱਖੀ ਗਈ ਹੈ ਕਿ ਕਿਸੇ ਹੋਰ ਧਰਮ ਦਾ ਜੇ ਕੋਈ ਬੰਦਾ ਹੈ, ਉਹ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਚਾਹੁੰਦਾ, ਗੁਪਤਾ ਹੈ, ਰੋੜਾ ਹੈ, ਕੋਈ, ਉਹ ਠੀਕ ਹੈ ਆਪਣੇ ਧਰਮ ਦੇ ਵਿੱਚ, ਹਿੰਦੂ ਦੇ ਧਰਮ ਦੇ ਵਿੱਚ ਪਰਪੱਕ ਹੋਵੇ। ਜੇ ਕੋਈ ਮੁਸਲਮਾਨ ਹੈ ਤੇ ਮੁਸਲਮਾਨ ਆਪਣੇ ਧਰਮ ਵਿੱਚ ਪਰਪੱਕ ਹੋਵੇ, ਪਰ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਤੇ ਸਿੱਖ ਕੌਮ ਦੇ ਪ੍ਰਤੀ ਉਹਦੇ ਅੰਦਰ ਦਰਦ ਭਾਵਨਾ ਸਤਿਕਾਰ ਹੋਵੇ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਚੰਗੀ ਸੋਚ ਵਾਲੇ ਗੁਰੂ ਸਾਹਿਬ ਦੇ ਸਮਕਾਲ ਦੇ ਵਿੱਚ ਵੀ, ਪੁਰਾਤਨ ਸਿੰਘਾਂ ਦੇ ਕਾਲ ਦੇ ਵਿੱਚ ਵੀ, ਕਿ ਬਹੁਤ ਸਾਰੇ ਜਿਹੜੇ ਚੰਗੇ ਲੋਕ ਸੀ ਦੂਜੇ ਧਰਮਾਂ ਦੇ, ਉਹ ਵਿੱਚ ਹੁੰਦੇ ਸੀ, ਇਨਵੋਲਵ ਹੁੰਦੇ ਸੀ। ਬਿਲਕੁਲ ਪੀਰ ਮੁਹੰਮਦ ਜੀ ਸਹੀ ਗੱਲ ਕਹਿ ਰਹੇ ਹੋ। ਦੇਖੋ ਆਪਾਂ ਗੁਰੂ ਸਾਹਿਬਾਨ ਦੀ ਗੱਲ ਜਿਹੜੀ ਹੈਗੀ ਹੈ ਨਾ, ਸਭ ਤੋਂ ਵੱਡੀ ਗੱਲ ਇਹ ਆ ਗੁਰੂ ਸਾਹਿਬਾਨ ਸੀ ਤੇ ਉਹਨਾਂ ਦੇ ਹੇਠਾਂ ਜਿਹੜੇ ਉਹਨਾਂ ਦੇ ਫਾਲੋਅਰ ਸੀ, ਉਹਨਾਂ ਦੇ ਜਿਹੜੇ ਚਾਹੁਣ ਵਾਲੇ ਸੀ, ਉਹਨਾਂ ਦੇ ਪੈਰੋਕਾਰ ਸੀ, ਉਹ ਜੁੜਦੇ ਸੀ। ਪਰ ਹੁਣ ਸਵਾਲ ਤਾਂ ਲੀਡਰਸ਼ਿਪ ਦਾ ਮੈਂ ਦੁਬਾਰਾ ਆਉਣਾ ਤੁਹਾਡੇ ਵਾਲੇ ਇਸ ਮੁੱਦੇ ਤੇ। ਆਪਾਂ ਡਾਕਟਰ ਸਾਹਿਬ ਤੋਂ ਵੀ ਜਵਾਬ ਲੈ ਲਈਏ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਡਾਕਟਰ ਸਾਹਿਬ ਦੇਖੋ ਗੱਲ ਉੱਥੇ ਆ ਕੇ ਜਿਹੜੀ ਹੈਗੀ ਆ, ਆਪਾਂ ਧਰਮ ਪਰਿਵਰਤਨ ਦੀ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ, ਕਿਉਂ ਇਸ ਪਾਸੇ ਵੱਲ ਨੂੰ ਪ੍ਰਸਥਿਤੀਆਂ ਮੁੜੀਆਂ? ਅਕਾਲੀ ਦਲ ਦੀ ਜਾਂ ਜਿਹੜੀ ਪੰਥਕ ਲੀਡਰਸ਼ਿਪ ਹੈ ਉਹਦੀ ਭਰੋਸੇਯੋਗਤਾ ਨੂੰ ਖੋਰਾ ਲੱਗਿਆ, ਇਸ ਕਰਕੇ ਕਿ ਸੰਭਾਲ ਨਹੀਂ ਸਕੇ। ਅਸੀਂ ਆਪਣਾ ਹੀ ਜਿਹੜਾ ਪਰਿਵਾਰ ਹੈ ਜਾਂ ਆਪਣਾ ਹੀ ਅਕੀਦਾ ਹੈ, ਆਪਣੀ ਵਿਰਾਸਤ ਹੈ, ਉਹ ਹੀ ਨਹੀਂ ਸੰਭਾਲ ਸਕੇ। ਡਾਕਟਰ ਸਾਹਿਬ ਨਹੀਂ ਜੀ, ਉਹ ਤਾਂ ਦੇਖੋ ਸੰਭਾਲਣ ਦੀ ਕੋਸ਼ਿਸ਼ ਕਿਹਨੇ ਕੀਤੀ ਹੈ। ਹੁਣ ਆਪਾਂ ਜੋ ਮਰਜ਼ੀ ਕਹੀ ਜਾਈਏ, ਜਿਹਨੇ ਖਰਾਬ ਕੀਤਾ ਉਹਨੂੰ ਨਹੀਂ, ਸਭ ਨੂੰ ਪਤਾ ਹੈ, ਲੇਕਿਨ ਕੋਈ ਪੁਆਇੰਟ ਆਊਟ ਕਰਨ ਨੂੰ, ਫਿੰਗਰ ਪੁਆਇੰਟ ਆਊਟ ਕਰਨ ਨੂੰ ਤਿਆਰ ਨਹੀਂ ਗਾ। ਕਿਸੇ ਦੀ ਜ਼ਰੂਰਤ ਨਹੀਂ ਹੈ, ਜਾਂ ਇਹ ਹੈ ਕਿ ਕੀ ਮਜਬੂਰੀ ਹੈ, ਇਹ ਤਾਂ ਇਹ ਜਾਣਦੇ ਹੋਣਗੇ। ਲੇਕਿਨ ਗੱਲ ਇਹ ਹੈਗੀ ਹੈ ਕਿ ਉਸ ਪਾਸੇ ਨੂੰ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ, ਬਲਕਿ ਬੀਟ ਅਬਾਊਟ ਦੀ ਬੁਸ਼ ਕੀਤਾ ਜਾ ਰਿਹਾ। ਇੱਧਰਲੀ ਗੱਲ, ਉੱਧਰਲੀ ਗੱਲ, ਉੱਧਰਲੀ ਗੱਲ। ਦਰਅਸਲ ਸਭ ਤੋਂ ਜ਼ਰੂਰੀ ਜਿਹੜੀ ਹੈਗੀ ਹੈ ਸਿੱਧੂ ਸਾਹਿਬ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਕੀ ਪ੍ਰੋਬਲਮ ਹੈ? ਲੀਡਰਸ਼ਿਪ ਆਪੇ ਪਤਾ ਲੱਗਦੀ ਕਿ ਲੋਕ ਕੀ ਚਾਹੁੰਦੇ ਨੇ। ਚੋਣਾਂ ਡਾਕਟਰ ਸੋਤਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕਰਾਉਣੀਆਂ, ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨਹੀਂ ਕਰਾਉਣੀਆਂ, ਚੋਣਾਂ ਤਾਂ ਸੈਂਟਰ ਸਰਕਾਰ ਨੇ ਕਰਾਉਣੀਆਂ। ਅਸੀਂ ਤਾਂ ਮੰਗ ਕਰਦੇ ਹਾਂ, ਅੱਜ ਵੀ ਇਸ ਪਲੇਟਫਾਰਮ ਤੋਂ ਮੰਗ ਕਰਦੇ ਹਾਂ ਕਿ ਆਪਣੇ ਸਿੱਧੂ ਸਾਹਿਬ, ਦੇਖੋ ਦੇਸ਼ ਦੁਨੀਆ ਦੇ ਵਿੱਚ ਤੁਸੀਂ ਸਾਡੀ ਆਵਾਜ਼ ਲੈ ਕੇ ਜਾਂਦੇ ਹੋ, ਅਸੀਂ ਖੁੱਲੇ ਮਨ ਨਾਲ ਮੰਗ ਕਰਦੇ ਹਾਂ ਜੀ ਇਹ ਹੋਣੀ ਚਾਹੀਦੀ। ਮੈਂ ਸਾਰੇ ਮਹਿਮਾਨਾਂ ਡਾਕਟਰ ਸਾਹਿਬ ਇਸ ਮੁੱਦੇ ਤੇ, ਡਾਕਟਰ ਸਾਹਿਬ ਤੁਸੀਂ ਆਪਣੀ ਸੰਖੇਪ ਦੀ ਗੱਲ ਮੁਕੰਮਲ ਕਰੋ। ਮੈਂ ਗੁਰਤੇਜ ਤੋਂ ਵੀ ਸਵਾਲ ਲਵਾਂਗਾ ਔਰ ਪੀਰ ਮੁਹੰਮਦ ਜੀ ਤੋਂ ਵੀ ਜ਼ਰੂਰ ਜਵਾਬ ਲਵਾਂਗਾ। ਗੱਲ ਕੱਟਣ ਦੇ ਨਾਲ ਗੱਲ ਸੱਚ ਨਹੀਂ ਹੋ ਜਾਣੀ, ਠੀਕ ਹੈ ਜੀ। ਟੂ ਰੌਂਗਸ ਕੈਨ ਨਾਟ ਮੇਕ ਅ ਥਿੰਗ ਰਾਈਟ। ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਗਈ, ਦਬਾਇਆ ਗਿਆ।
ਜੇ ਨਹੀਂ ਹੋਈ ਤਾਂ ਉਹਦਾ ਜਵਾਬ ਵੀ ਜਿਹੜੇ ਲੀਡਰ ਸੀ ਉਹਨਾਂ ਕੋਲ ਹੀ ਹੈ, ਜਿਨ੍ਹਾਂ ਦੇ ਹੱਥ ਬਾਗਡੋਰ ਸੀ ਉਹੀ ਜਵਾਬ ਦੇਣ। ਕਿਉਂ ਨਹੀਂ ਹੋਈ? ਥੈਂਕ ਯੂ ਡਾਕਟਰ ਸਾਹਿਬ। ਕਿਉਂ ਨਹੀਂ ਹੋ ਰਹੀ? ਜਿਨ੍ਹਾਂ ਨੇ ਕਰਾਉਣੀ ਹੈ, ਆਈ ਨੋ ਜਿਹੜੀ ਪ੍ਰਕਿਰਿਆ ਕਿਉਂ ਨਹੀਂ ਫੋਲੋ ਕੀਤੀ ਜਾ ਰਹੀ, ਕਿਉਂਕਿ ਗੱਦੀ ਖਿਸਕਣ ਦਾ ਡਰ ਹੈਗਾ। ਵੈਰੀ ਜੀ ਸਿੰਪਲ। ਜੀ ਡਾਕਟਰ ਸਾਹਿਬ, ਤੁਹਾਡੀ ਗੱਲ ਆ ਗਈ। ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕਦ ਤੱਕ ਮੋੜੋਗੇ? ਥੈਂਕ ਯੂ ਕਿਰਤੇਜ ਜੀ। ਮੈਂ ਤੁਹਾਡੇ ਕੋਲ ਵੀ ਸੰਖੇਪ ਚ ਇਸ ਮੁੱਦੇ ਤੇ ਕਮੈਂਟ ਫਿਰ ਜ਼ਰੂਰ ਪੀਰ ਮੁਹੰਮਦ ਜੀ ਤੋਂ ਵੀ ਜਵਾਬ ਲਵਾਂਗੇ ਆਪਾਂ। ਮੈਂ ਤਾਂ ਸਿਰਫ ਇੱਕੋ ਹੀ ਬੇਨਤੀ ਕਰਨੀ ਹੈ ਕਿ 17 ਸਾਲ ਇੱਕ ਵੇਲੇ ਇਹ ਚੋਣਾਂ ਨਹੀਂ ਹੋਈਆਂ, 13 ਸਾਲ ਤੋਂ ਹੁਣ ਚੋਣਾਂ ਨਹੀਂ ਹੋਈਆਂ। ਜਦੋਂ ਦਾ ਇਹਨਾਂ ਦੇ ਹੱਥ ਸ਼੍ਰੋਮਣੀ ਕਮੇਟੀ ਆਈ ਹੈ ਉਦੋਂ ਦੇ 30 ਸਾਲ ਐਸੇ ਟੱਪ ਗਏ ਨੇ ਜਿਨ੍ਹਾਂ ਦੇ ਵਿੱਚ ਚੋਣਾਂ ਨਹੀਂ ਹੋਈਆਂ, ਤੇ ਇਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਤਾਂ ਫਿਰ ਜ਼ਿੰਮੇਵਾਰੀ ਕਿਸੇ ਐਸੇ ਲੋਕਾਂ ਨੂੰ ਦਿਓ ਜਿਨ੍ਹਾਂ ਦੇ ਕੋਲੇ ਸਮਰੱਥਾ ਹੋਵੇ, ਜਿਹੜੇ ਚੋਣਾਂ ਕਰਵਾ ਸਕਣ। ਇਸ ਤੋਂ ਪਹਿਲਾਂ ਦੱਸੋ ਮੈਨੂੰ ਕਦੇ ਚੋਣਾਂ ਲੇਟ ਹੋਈਆਂ ਸੀ? ਜਿਸ ਵੇਲੇ ਅੰਗਰੇਜ਼ ਜੀ ਕਿਰਤੇਜ ਜੀ, ਥੈਂਕ ਯੂ। ਹਰ 3 ਸਾਲਾਂ ਬਾਅਦ ਹੁੰਦੀ ਸੀ। ਥੈਂਕ ਯੂ ਵੈਰੀ ਮਚ ਪੀਰ ਮੁਹੰਮਦ ਜੀ। ਤੁਹਾਡਾ ਲਾਸਟ ਕਮੈਂਟ ਇਹੀ ਸਵਾਲ ਉੱਠ ਰਿਹਾ ਕਿ ਕਿਉਂ ਨਹੀਂ ਐਸਜੀਪੀਸੀ ਦੀਆਂ ਇਲੈਕਸ਼ਨ? ਧਰਮ ਪਰਿਵਰਤਨ ਦੇ ਮੁੱਦਿਆਂ ਦੀ ਆਪਾਂ ਗੱਲ ਕਰਦੇ ਹਾਂ। ਉਹ ਕਹਿੰਦੇ ਲੀਡਰਸ਼ਿਪ ਤਬਦੀਲੀ ਆਵੇ ਜਿਹੜੀ ਇਸ ਮੌਕੇ ਨੂੰ ਸੰਭਾਲੇ। ਜੇ ਸੰਭਾਲੇਗੀ ਨਹੀਂ ਤੇ ਇਹੋ ਕੁਝ ਵਾਪਰੇਗਾ। ਦੇਖੋ, ਜਿਹੜੀਆਂ ਤਾਂ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁੰਦੀਆਂ, ਅਸੀਂ ਵਾਰ-ਵਾਰ ਮੰਗ ਕਰਦੇ ਹਾਂ, ਪੱਤਰ ਵੀ ਲਿਖੇ ਗਏ ਆ, ਔਰ ਸੈਂਟਰ ਸਰਕਾਰ ਨੇ ਉਹ ਚੋਣਾਂ ਕਰਾਉਣੀਆਂ ਨੇ, ਗ੍ਰਹਿ ਮੰਤਰਾਲੇ ਨੇ ਚੋਣਾਂ ਕਰਾਉਣੀਆਂ ਨੇ। ਉਹਦੇ ਲਈ ਵਾਰ-ਵਾਰ ਜਿਹੜਾ ਹੁਣ ਇਹਨਾਂ ਨੇ ਜਸਟਿਸ ਰਾਓ ਨੂੰ ਇਲੈਕਸ਼ਨ ਕਮਿਸ਼ਨਰ ਬਣਾਇਆ ਹੈ, ਲੇਕਿਨ ਉਹਨੂੰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹਨੇ ਇੱਕ ਦਫ਼ਤਰ ਦੇਣਾ ਹੁੰਦਾ, ਉਹਨੂੰ ਸਟਾਫ ਦੇਣਾ ਹੁੰਦਾ। ਤੇ ਜਸਟਿਸ ਰਾਓ ਸਾਹਿਬ ਨੂੰ ਤੁਸੀਂ ਕਿਸੇ ਵਕਤ ਆਪਣੀ ਡਿਬੇਟ ਦੇ ਵਿੱਚ ਲਾਇਓ, ਉਹਨਾਂ ਨੂੰ ਪੁੱਛ ਲਓ ਕਿ ਉਹਦੇ ਵਿੱਚ ਅਕਾਲੀ ਦਲ ਕੋਈ ਢਿੱਕਾ ਨਹੀਂ ਹੈਗਾ। ਉਸ ਦੇ ਵਿੱਚ ਇਲੈਕਸ਼ਨ ਹੋਣੇ ਚਾਹੀਦੇ ਆ। ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪੀਰ ਮੁਹੰਮਦ ਜੀ, ਇੱਕ ਬਿਲਕੁਲ ਨਿੱਕਾ ਜਿਹਾ ਸਵਾਲ 2 ਲਾਈਨਾਂ ਦਾ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨ ਹਾਊਸ, ਉਸ ਨੇ ਕਿਸੇ, ਦੇਖੋ ਦਰਸ਼ਕ ਜਾਣਨਾ ਜ਼ਰੂਰ ਚਾਹਣਗੇ, ਉਹਨਾਂ ਨੇ ਮਤਾ ਪਾਇਆ ਕਿ ਭਾਈ ਸਾਡਾ ਸਮਾਂ ਪੂਰਾ ਹੋ ਗਿਆ, ਬਹੁਤ ਲੰਬਾ ਸਮਾਂ ਹੋ ਗਿਆ, ਇਜਾਜ਼ਤ ਦਿਓ ਨਵੀਂ ਚੋਣ ਕਰਵਾਈ ਜਾਵੇ। ਕੋਈ ਇਹੋ ਜਿਹਾ ਰੈਜ਼ੋਲੂਸ਼ਨ ਗਿਆ ਹੈ ਗ੍ਰਹਿ ਮੰਤਰਾਲੇ ਨੂੰ? ਤੁਸੀਂ ਨਾ ਪੰਜੌਲੀ ਸਾਹਿਬ ਅਕਸਰ ਹੀ ਤੁਹਾਡੀ ਡਿਬੇਟ ਚ ਆਉਂਦੇ ਰਹਿੰਦੇ, ਉਹਨਾਂ ਕੋਲੋਂ ਪੁੱਛ ਲਿਓ ਤੇ ਤੁਹਾਨੂੰ ਵਿਸਤਾਰਪੂਰਵਕ ਦੱਸ ਦੇਣਗੇ ਕਿ ਆਪਣੇ ਵੱਲੋਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਢਿੱਕਾ ਨਹੀਂ ਹੈਗਾ ਕਿ ਚੋਣਾਂ ਨਾ ਹੋਣ। ਇਹ ਵੀ ਹੁਣ ਤਾਂ ਤੁਸੀਂ ਦੇਖੋ ਬੀਜੇਪੀ ਨਹੀਂ, ਮੈਂ ਤੁਹਾਡੀ ਗੱਲ ਨਹੀਂ ਕਹਿ ਰਿਹਾ ਅਕਾਲੀ ਦਲ ਦੀ। ਆਪਾਂ ਸਮਾਂ ਨਹੀਂ, ਮੈਂ ਅਕਾਲੀ ਦਲ ਨਹੀਂ, ਮੈਂ ਸਿਰਫ ਆਪਣਾ ਜਿਹੜੀ ਫੈਕਟਸ ਉਹਨਾਂ ਨੂੰ ਕਰੈਕਟ ਕਰਨਾ ਚਾਹੁੰਦਾ ਹੈ ਕਿ ਕੀ ਐਸਜੀਪੀਸੀ ਨੇ ਕਦੇ ਰੈਜ਼ੋਲੂਸ਼ਨ ਕੀਤਾ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੋਵੇ ਕਿ ਭਾਈ ਸਾਹਿਬ ਇਲੈਕਸ਼ਨ ਕਰਾਓ? ਹੋਰ ਸਾਰੀ ਦੁਨੀਆ 'ਚ ਇਲੈਕਸ਼ਨਾਂ ਹੁੰਦੀਆਂ, ਐਸਜੀਪੀਸੀ ਦੀਆਂ ਕਿਉਂ ਨਹੀਂ ਹੁੰਦੀਆਂ? ਇਹਦਾ ਜਵਾਬ ਤਾਂ ਸ਼੍ਰੋਮਣੀ ਕਮੇਟੀ ਦਾ ਜੋ ਕੋਈ ਮੈਂਬਰ ਹੈ ਜਾਂ ਜਿਹੜੇ ਜਨਰਲ ਸਕੱਤਰ ਜਿਹੜੇ ਜਾਂ ਪ੍ਰਧਾਨ ਸਾਹਿਬ ਉਹ ਹੀ ਦੇ ਸਕਦੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ। ਅਸੀਂ ਵੀ ਜਾਣਨਾ ਚਾਹੁੰਦੇ ਹਾਂ ਇਸ ਪਲੇਟਫਾਰਮ ਤੋਂ ਕਿ ਕੀ ਪ੍ਰੋਬਲਮ ਹੈ। ਵੀ ਆਲਸੋ ਹੈਵ ਅ ਰਾਈਟ ਟੂ ਨੋ, ਐਵਰੀ ਸਿੱਖ ਹੈਜ਼ ਥੈਂਕ ਯੂ ਡਾਕਟਰ ਸਾਹਿਬ, ਮਿਹਰਬਾਨੀ, ਤੁਸੀਂ ਆਏ, ਇੰਨਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਇਹਨਾਂ ਮੁੱਦਿਆਂ ਤੇ ਆਉਣ ਲਈ। ਸਾਰੇ ਮਹਿਮਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਮੁੱਦਾ ਇਹ ਸੀ ਕਿ ਜਦੋਂ ਪੰਜਾਬ ਦੇ ਅੰਦਰ ਧਰਮ ਪਰਿਵਰਤਨ ਦੀ ਗੱਲ ਉੱਠਦੀ ਹੈ, ਸਾਡੀ ਵਿਰਾਸਤ, ਸਾਡੇ ਸੱਭਿਆਚਾਰ 'ਚ ਤਬਦੀਲੀਆਂ ਦੀ ਗੱਲ ਉੱਠਦੀ ਹੈ, ਤਾਂ ਕੌਣ ਹੈ ਤੇਰਾ ਜ਼ਿੰਮੇਵਾਰ? ਕਿ ਬਾਹਰੀ ਸ਼ਕਤੀਆਂ ਜਾਂ ਅੰਦਰੂਨੀ ਤੌਰ 'ਤੇ ਵੀ, ਜਿੱਦਾਂ ਸਾਡੇ ਮਹਿਮਾਨਾਂ ਨੇ ਕਿਹਾ ਕਿ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਫੇਰਨ ਦੀ ਜ਼ਰੂਰਤ ਹੈ। ਚਾਹੇ ਐਸਜੀਪੀਸੀ ਹੈ, ਚਾਹੇ ਪੰਥਕ ਲੀਡਰਸ਼ਿਪ ਹੈ, ਕਿੰਨੀ ਕੁ ਜ਼ਿੰਮੇਵਾਰ ਹੈ? ਸਵਾਲ ਤਾਂ ਉੱਠਣਗੇ। ਇਹਨਾਂ ਮੁੱਦਿਆਂ 'ਤੇ ਆਉਣ ਦੇ ਲਈ ਮੈਂ ਤੁਹਾਡੇ ਸਾਰੇ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਤੁਹਾਡੇ ਕੋਲੋਂ ਵੀ ਆਪਾਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।